ਤਾਂ ਇਹ ਕਈ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਦੀ ਖੱਜਲ ਖੁਆਰੀ ਮੰਡੀਆਂ ਦੇ ਵਿੱਚ ਹੋ ਰਹੀ ਹੈ। ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ ਲਿਫਟਿੰਗ ਨਾ ਹੋਣ ਦਾ ਹੈ। ਪਰ ਲਿਫਟਿੰਗ ਨਾ ਹੋਣ ਦੇ ਪਿੱਛੇ ਕਾਰਨ ਕੀ ਨੇ ਇਹ ਆੜ੍ਹਤੀਆਂ ਨੇ ਵੀ ਦੱਸੇ ਨੇ ਤੇ ਮੰਡੀ 'ਚ ਬੈਠੇ ਕਿਸਾਨਾਂ ਨੇ ਵੀ ਦੱਸੇ ਨੇ। ਇੱਕ ਪੈਨਲ ਦੇ ਰੂਪ ਦੇ ਵਿੱਚ ਅੱਜ ਅਸੀਂ ਇਹਨਾਂ ਮੁੱਦਿਆਂ ਤੇ ਚਰਚਾ ਕਰਾਂਗੇ ਔਰ ਕੋਸ਼ਿਸ਼ ਸਾਡੀ ਇਸ ਡਿਬੇਟ ਕਰਨ ਦੀ ਇਹੀ ਹੈ ਕਿ ਜੋ ਐਕਚੁਅਲ ਸਥਿਤੀ ਹੈ ਗਰਾਊਂਡ ਤੇ, ਜੋ ਮੰਡੀਆਂ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ, ਉਸ ਮਸਲੇ ਨੂੰ ਇਨ ਬਿਨ ਸਰਕਾਰ ਤੱਕ ਪਹੁੰਚਾਇਆ ਜਾਵੇ। ਜਾਂ ਕਈ ਵਾਰੀ ਉੱਪਰ ਬੈਠੇ ਨੇਤਾਵਾਂ ਨੂੰ ਉਸ ਚੀਜ਼ ਦਾ ਇਲਮ ਨਹੀਂ ਹੁੰਦਾ ਜਾਂ ਕਈ ਵਾਰੀ ਗਰਾਊਂਡ ਦੀ ਉਸ ਸਿਚੁਏਸ਼ਨ, ਉਹ ਤਸਵੀਰ ਨਹੀਂ ਉੱਥੋਂ ਤੱਕ ਪਹੁੰਚਦੀ ਜੋ ਐਕਚੁਅਲ ਦੇ ਵਿੱਚ ਹੁੰਦੀ ਹੈ। ਤਕਨੀਕੀ ਪੱਖ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ। ਮਹਿਮਾਨ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦੀ ਇੰਟਰੋਡਕਸ਼ਨ ਕਰਵਾਉਣੀ ਹੈ। ਕਿਸਾਨ ਆਗੂ ਸਾਡੇ ਨਾਲ ਜੁੜੇ ਨੇ, ਰਵਨੀਤ ਸਿੰਘ ਬਰਾੜ ਸਾਹਿਬ ਸਾਡੇ ਨਾਲ, ਬੀਜੇਪੀ ਤੋਂ ਬਿਕਰਮਜੀਤ ਸਿੰਘ ਜੀ ਜੁੜੇ ਨੇ ਸਾਡੇ ਨਾਲ, ਬੱਬੂ ਬਾਂਸਲ ਜੀ ਜੁੜੇ ਨੇ, ਸਾਬਕਾ ਪ੍ਰਧਾਨ ਨੇ ਆੜ੍ਹਤੀ ਐਸੋਸੀਏਸ਼ਨ ਦੇ, ਔਰ ਸਾਡੇ ਨਾਲ ਜੁੜੇ ਨੇ ਅਹਿਬਾਬ ਗਰੇਵਾਲ ਸਾਹਿਬ ਆਮ ਆਦਮੀ ਪਾਰਟੀ ਤੋਂ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ ਜੀ। ਸ਼ੁਰੂਆਤ ਮੈਂ ਜਿਸ ਤਰੀਕੇ ਨਾਲ ਕਿਹਾ ਸੀ ਕਿ ਤਕਨੀਕੀ ਪਹਿਲੂ ਜਾਣਨੇ ਨੇ, ਪ੍ਰੋਬਲਮ ਕਿੱਥੇ ਆ ਰਹੀ ਹੈ ਤੇ ਕਿਵੇਂ ਉਸ ਨੂੰ ਦੂਰ ਕੀਤਾ ਜਾ ਸਕਦਾ ਹੈ, ਇਹੀ ਮਕਸਦ ਹੈ ਅੱਜ ਦੀ ਡਿਬੇਟ ਦਾ। ਮੈਂ ਬਰਾੜ ਸਾਹਿਬ, ਰਵਨੀਤ ਬਰਾੜ ਜੀ, ਤੁਹਾਡੇ ਤੋਂ ਚਾਹੂੰਗਾ ਪਹਿਲਾਂ ਸ਼ੁਰੂਆਤ ਕਰਨੀ ਕਿ ਐਕਚੁਅਲ ਦੇ ਵਿੱਚ ਗਰਾਊਂਡ ਦੇ ਵਿੱਚ ਦਿੱਕਤਾਂ ਹੈ ਕੀ ਨੇ, ਕਿੱਥੋਂ ਇਸ ਚੀਜ਼ ਦੀ, ਕਿਉਂਕਿ ਅਸੀਂ ਇਹ ਸੁਣਦੇ ਹਾਂ ਮੋٹے ਤੌਰ ਤੇ ਵੀ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ, ਲਿਫਟਿੰਗ ਨਹੀਂ ਹੋ ਰਹੀ। ਕਿਸਾਨ ਵੀ ਇਹ ਕਹਿ ਰਹੇ ਨੇ, ਬਹੁਤ ਸਾਰੇ ਥਾਵਾਂ ਤੇ ਸਾਡੇ ਰਿਪੋਰਟਰਸ ਨੇ ਜਾ ਕੇ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਜੀ ਲਿਫਟਿੰਗ ਨਹੀਂ ਹੋ ਰਹੀ। ਪਰ ਲਿਫਟਿੰਗ ਦੇ ਪਿੱਛੇ ਵਜ੍ਹਾ ਕਈ ਦੱਸੀਆਂ, ਇੱਕ ਇੱਕ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਡਿਸਕਸ ਕਰਨ ਦੀ। ਪਰ ਮੋٹے ਤੌਰ ਤੇ ਮੈਂ ਤੁਹਾਡੀ ਜ਼ੁਬਾਨੀ ਸੁਣਨਾ ਚਾਹੂੰਗਾ, ਸ਼ੁਰੂਆਤ ਤੁਹਾਡੇ ਤੋਂ ਕਰਨੀ ਚਾਹੂੰਗਾ। ਬਿਲਕੁਲ ਵਿਜੇਪਾਲ ਜੀ, ਦੇਖੋ ਇਹਦੇ ਪਿੱਛੇ ਕਾਫੀ ਕਾਰਨ ਹੈ। ਜੇ ਆਪਾਂ ਇੱਕ ਇੱਕ ਕਰਕੇ ਕਾਰਨ ਤੇ ਜਾਈਏ, ਸਭ ਤੋਂ ਵੱਡਾ ਕਾਰਨ ਹੈ ਵੀ ਜਿਹੜਾ ਮੌਸਮ ਬੜਾ ਇਹ ਖਰਾਬ ਹੋਇਆ ਹੋਇਆ ਨਾ, ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਇੱਕ ਆਪਾਂ ਸਰਕਾਰ ਤੇ ਤੌਹਮਤ ਲਾ ਦਈਏ ਜਾਂ ਕਿਸੇ ਤੇ ਲਾ ਦਈਏ। ਪਰ ਵਿਜੇਪਾਲ ਜੀ ਇਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ, ਜਿਵੇਂ ਪਹਿਲਾਂ ਤੁਸੀਂ ਵੀ ਦੱਸ ਰਹੇ ਸੀਗੇ ਵੀ ਇੱਕ ਤਾਂ ਟਰੈਕਟਰ ਟਰਾਲੀ ਵਾਲਾ ਬੰਦ ਕਰ ਦਿੱਤਾ, ਉਹ ਇੱਕ ਬੜੀ ਵੱਡੀ ਪ੍ਰੋਬਲਮ ਹੈ ਕਿਉਂਕਿ ਮੰਡੀਆਂ ਦੇ ਵਿੱਚ ਆਮ ਟਰੈਕਟਰ ਟਰਾਲੀ ਜਾਂਦੇ ਸੀ, 200-250 ਗੱਲਾਂ ਟਰਾਲੀ ਦੇ ਵਿੱਚ ਪੈ ਜਾਂਦਾ ਸੀ ਤਾਂ ਲਿਫਟਿੰਗ ਨਾਲ ਦੀ ਨਾਲ ਹੁੰਦੀ ਸੀ। ਦੂਜਾ ਇਹਦਾ ਮੁੱਖ ਕਾਰਨ ਹੈ ਵੀ ਪਹਿਲੀ ਵਾਰੀ ਹੋ ਰਿਹਾ ਵੀ ਜਿਹੜਾ ਨਾਲ ਦੀ ਨਾਲ ਸਪੈਸ਼ਲਾਂ ਲੱਗ ਰਹੀਆਂ, ਕਿਉਂਕਿ ਸਪੈਸ਼ਲ ਨਹੀਂ, ਪਹਿਲਾਂ ਇਹ ਗਡਾਊਨ ਦੇ ਵਿੱਚ ਜਾਂਦੇ ਸੀ, ਗਡਾਊਨ ਤੋਂ ਬਾਅਦ ਸਪੈਸ਼ਲ ਲੱਗਦੀ ਸੀ ਤੇ ਕਣਕ ਜਿੱਥੇ ਜਿੱਥੇ ਰਿਕੁਆਇਰਡ ਹੁੰਦੀ ਸੀ ਉੱਥੇ ਚਲੀ ਜਾਂਦੀ ਸੀ। ਪਰ ਆਲਰੇਡੀ ਕਣਕ ਦੀ ਬਹੁਤ ਸ਼ਾਰਟੇਜ ਚੱਲਦੇ ਹੋਏ ਸਰਕਾਰ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਵਾਧੂ ਦਾ ਖਰਚਾ ਨਾ ਪਵੇ ਤੇ ਅਸੀਂ ਕਵਰਡ ਗਡਾਊਨਾਂ ਦੇ ਵਿੱਚ ਹੀ ਰੱਖਾਂਗੇ ਕਣਕ, ਜਿਹੜੇ ਓਪਨ ਪਲੈਂਥ ਹੈ ਉਹਨਾਂ ਦੇ ਵਿੱਚ ਨਹੀਂ ਰੱਖਾਂਗੇ। ਉਹ ਵੀ ਇੱਕ ਦੂਸਰਾ ਕਾਰਨ ਹੈ। ਤੀਸਰਾ ਕਾਰਨ ਮੈਂ ਮੰਨਦਾ ਵੀ ਦੇਖੋ ਜਦੋਂ ਭਰਾਈ ਕਰਦੇ ਆ ਨਾਲ ਦੀ ਨਾਲ ਬਾਰਿਸ਼ ਪੈ ਜਾਂਦੀ ਹੈ ਤੇ ਜਿਹੜਾ ਉਹ ਬੋਰੀਆਂ ਦੇ ਵਿੱਚ ਮਾਲ ਪਿਆ ਉਹ ਫੇਰ ਸੈੱਲ ਫੜ ਜਾਂਦਾ ਹੈ। ਜੇ ਅਸੀਂ ਉਹਨੂੰ ਭੇਜਦੇ ਵੀ ਆ, ਜੇ ਕੋਈ ਆੜ੍ਹਤੀਏ ਵੀਰ ਵੀ ਭੇਜਦੇ ਆ ਉਹਨੂੰ ਗਦਾਮਾਂ ਦੇ ਵਿੱਚ, ਤੇ ਗਦਾਮਾਂ ਤੇ ਜਾ ਕੇ ਜਦੋਂ ਮੋਇਸਚਰ ਚੈੱਕ ਹੁੰਦਾ ਤੇ ਉਹਦਾ ਮੋਇਸਚਰ ਜ਼ਿਆਦਾ ਹੁੰਦਾ ਤੇ ਰੁਕ ਜਾਂਦਾ, ਤਾਂ ਕਰਕੇ ਉਹ ਪਿੱਛੋਂ ਹੀ ਉਹਦੀ ਜਿਹੜੀ ਭਰਾਈ ਹੈ ਉਹ ਬੰਦ ਕਰ ਦਿੰਦੇ ਆ, ਜਿਹੜਾ ਮਹਿਕਮਾ ਬੰਦ ਕਰ ਦਿੰਦਾ। ਇਹ ਮੁੱਖ ਕਾਰਨ ਹੈ ਜਿਨ੍ਹਾਂ ਤੇ ਆਪਾਂ ਨੂੰ ਵਿਚਾਰ ਕਰਨਾ ਪਊਗਾ ਜੀ। ਠੀਕ ਹੈ, ਮੈਂ ਸਾਡੇ ਨਾਲ ਬਾਂਸਲ ਜੀ ਵੀ ਜੁੜੇ ਨੇ। ਬਾਂਸਲ ਜੀ, ਕਿਉਂਕਿ ਸਮੱਸਿਆ ਕਈ ਵਾਰੀ ਹੁੰਦੀ ਹੈ ਕਿ ਆਪਾਂ ਕਿਸਾਨੀ ਦਾ ਜ਼ਿਕਰ ਕਰਦੇ ਹਾਂ ਪਰ ਆੜ੍ਹਤੀ ਵੀ ਜਿਹੜਾ ਹੁੰਦਾ ਉਹ ਵੀ ਉਸੇ ਤਰੀਕੇ ਨਾਲ ਹੀ ਜੁੜਿਆ ਹੁੰਦਾ, ਉਨੀਆਂ ਹੀ ਸਮੱਸਿਆਵਾਂ ਦਾ ਸਾਹਮਣਾ ਆੜ੍ਹਤੀ ਨੂੰ, ਕਿਉਂਕਿ ਕਿਸਾਨ ਆੜ੍ਹਤੀ ਵੱਲ ਦੇਖਦਾ ਹੈ, ਆੜ੍ਹਤੀ ਅੱਗੇ ਅਧਿਕਾਰੀਆਂ ਵੱਲ ਦੇਖਦੇ ਆ, ਅਧਿਕਾਰੀ ਅੱਗੇ ਸਰਕਾਰਾਂ ਵੱਲ ਦੇਖਦੇ ਆ, ਸਰਕਾਰ ਅੱਗੇ ਕੇਂਦਰ, ਪੂਰੀ ਲੜੀ ਜਿਹੜੀ ਹੈ ਉਹ ਜੁੜਦੀ ਜਾਂਦੀ ਹੈ। ਇਸੇ ਕਰਕੇ ਅਸੀਂ ਅੱਜ ਗੈਸਟ ਵੀ ਉਸ ਹਿਸਾਬ ਨਾਲ ਲਏ ਹੈ ਕਿ ਹਰ ਪੱਖ ਨੂੰ ਆਪਾਂ ਐਡਰੈਸ ਕਰ ਸਕੀਏ। ਸੋ ਤੁਹਾਡੇ ਐਂਗਲ ਤੋਂ ਵੀ ਮੈਂ ਜਾਣਨਾ ਚਾਹੂੰਗਾ, ਜਿਵੇਂ ਰਵਨੀਤ ਬਰਾੜ ਜੀ ਨੇ ਦੱਸਿਆ, ਆੜ੍ਹਤੀਆਂ ਦੇ ਐਂਗਲ ਤੋਂ ਕਿਸ ਤਰੀਕੇ ਦੀਆਂ ਸਮੱਸਿਆਵਾਂ ਆ ਰਹੀਆਂ ਔਰ ਕਿੰਨੀ ਕੁ ਵਾਕਈ ਲਿਫਟਿੰਗ ਦੀ ਐਕਚੁਅਲ ਪ੍ਰੋਬਲਮ ਕਿੰਨੀ ਹੈ? ਸਰ ਬਿਲਕੁਲ ਜੀ, ਬਰਾੜ ਸਾਹਿਬ ਨੇ ਜਿਹੜੀਆਂ ਗੱਲਾਂ ਦੱਸੀਆਂ ਉਹ ਇੱਕ ਕਾਰਨ ਬਣਦੀਆਂ। ਲਿਫਟਿੰਗ ਸਰ ਕੀ ਹੈ, ਅਸੀਂ ਪਿਛਲੇ, ਕਿਉਂਕਿ ਇਹ ਬਹੁਤ ਵੱਡਾ ਆਪਰੇਸ਼ਨ ਹੈ ਸਰ, ਪਿਛਲੇ ਸਾਲਾਂ 'ਚ ਵੇਖਦੇ ਸੀ ਇੱਕ ਮੀਟਿੰਗਸ ਹੁੰਦੀਆਂ ਸੀ, ਨੋਰਮਸ ਉਦੋਂ ਵੀ ਇਹੀ ਸੀ, ਲੇਕਿਨ ਪਿਛਲੇ ਸਾਲਾਂ 'ਚ ਵੇਖਿਆ ਵੀ ਲੋਕ ਡੀਸੀ ਸਾਹਿਬ ਵਗੈਰਾ ਜਾਂ ਪ੍ਰੋਕਿਊਰਮੈਂਟ ਏਜੰਸੀ ਇੱਕ ਮੀਟਿੰਗ ਲੈਂਦੀਆਂ ਸੀ ਜਿਨ੍ਹਾਂ ਦੇ ਵਿੱਚ ਲੋਕ ਹਿੱਤ 'ਚ ਫੈਸਲਾ ਲਿੱਤਾ ਜਾਂਦਾ ਸੀ, ਜਿਹੜਾ ਟਰਾਲੀਜ਼ ਨੂੰ, ਟਰੈਕਟਰਸ ਨੂੰ, ਟਰੱਕਾਂ ਨੂੰ ਓਵਰਲੋਡ ਪਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ, ਕਿਉਂਕਿ ਹੁਣ ਏਜੰਸੀਆਂ ਨੇ ਐਫਸੀਏ ਨੂੰ ਡਾਇਰੈਕਟ ਡਿਲੀਵਰੀ ਦੇਣੀ ਹੈ, ਉਹਦੇ ਕਰਕੇ ਉਹ ਓਵਰਲੋਡ ਪੈ ਨਹੀਂ ਰਿਹਾ ਜੀ। ਤੇ ਕਿਤੇ ਨਾ ਕਿਤੇ ਜਿਹੜੀ ਸਾਰੀ ਇਹ ਪ੍ਰੋਕਿਊਰਮੈਂਟ ਹੈ ਉਹ ਅਫੈਕਟਡ ਹੋ ਰਹੀ ਹੈ ਔਰ ਇਹ ਬਹੁਤ ਵੱਡਾ, ਇਹ ਦੇਖ ਲੈਣਾ ਸਰ, ਗਲੱਟ ਵੱਜ ਜਾਣਾ, ਗਲੱਟ ਵੱਜਿਆ ਵੀ ਹੋਇਆ, ਅਖਬਾਰਾਂ 'ਚ ਵੀ ਆ ਰਿਹਾ। ਸਰਕਾਰ ਨੂੰ ਗਲੱਟ ਵੱਜਣ ਤੋਂ ਬਾਅਦ ਇਸ ਚੀਜ਼ ਨੂੰ ਦੂਰ ਕਰੂਗੀ। ਅਸੀਂ ਉਹਨਾਂ ਨੂੰ ਇਹੀ ਕਹਿੰਦੇ ਹਾਂ ਜੇ ਉਹੀ ਪ੍ਰੋਸੈਸ ਜਿਹੜਾ
ਇਹ ਕਿਉਂਕਿ ਇੱਕ ਵੱਡਾ ਆਪਰੇਸ਼ਨ ਹੈ, ਇਹਦੇ ਵਿੱਚ ਅਪਣਾਇਆ ਜਾਵੇ, ਓਵਰਲੋਡ ਦੀ ਪਰਮਿਸ਼ਨ ਦਿੱਤੀ ਜਾਵੇ, ਛੋਟੇ ਵਹੀਕਲਸ ਆ ਉਹਨਾਂ ਦੀ ਵੀ ਮਦਦ ਦਿੱਤੀ ਜਾਵੇ, ਨਾਲੇ ਉਹਨਾਂ ਨੂੰ ਕੰਮਕਾਰ ਮਿਲੇ ਤੇ ਛੇਤੀ ਤੋਂ ਛੇਤੀ ਹੀ ਮਾਲ ਚੱਕਿਆ ਜਾਣਾ ਮੰਡੀਆਂ ਚੋਂ। ਸੈਕਿੰਡ ਸਰ ਜਿਹੜੀ ਹੈਗੀ ਹੈ ਡਿਲੀਵਰੀ, ਰੇਲ ਹੈਡ ਦੀ ਡਿਲੀਵਰੀ ਹੈ, ਉਹਨੂੰ ਵੀ ਜੀ ਸਵੇਰ ਦੀ ਬਜਾਏ 2 ਟਾਈਮਸ 2 ਸ਼ਿਫਟਾਂ ਦੇ ਵਿੱਚ ਰਾਤ ਨੂੰ ਵੀ ਮਤਲਬ ਕਿ ਜਿਵੇਂ ਸਾਡਾ ਮੁਕਤਸਰ ਤੋਂ ਲਈਏ, ਮੈਂ ਮੁਕਤਸਰ ਤੋਂ ਬਿਲੋਂਗ ਕਰਦਾ, ਰੇਲਵੇ ਸਟੇਸ਼ਨ 24 ਆਵਰ ਹੈ, ਇੱਥੇ FCI 24 ਆਵਰ ਕੰਮ ਹੀ ਨਹੀਂ ਕਰਦੀ ਸਰ। ਸਵੇਰ 8 ਵਜੇ ਇੰਡੈਂਡ ਲਾਉਂਦੇ ਆ, ਇੱਕ ਸਪੈਸ਼ਲ ਭਰਾ ਕੇ ਨਿਕਲ ਜਾਂਦੇ ਆ। ਉਹ ਕਿਉਂ ਨਹੀਂ ਪੂਰਾ 24 ਆਵਰ ਰੇਲਵੇ ਦਾ ਜਿਹੜਾ ਟਾਈਮ ਅਲਾਟ ਕੀਤਾ ਉਹਨੂੰ ਯੂਜ਼ ਕਰਦੇ ਸਰ? ਜਿਹੜੇ ਪਿੰਡਾਂ ਦੇ ਵਿੱਚੋਂ ਟਰੱਕ ਆਉਣਗੇ, ਜਿੰਨੀ ਜਲਦੀ ਲੈਣਗੇ ਉਨੀ ਜਲਦੀ ਵਾਪਸ ਜਾਣਗੇ ਸਰ। ਇਹਨਾਂ ਚੀਜ਼ਾਂ ਨੂੰ ਇਹ ਦੇਖਣ ਦੀ ਲੋੜ ਹੈ ਜੀ। ਪਤਾ ਨਹੀਂ ਕਿਉਂ ਨਹੀਂ ਪ੍ਰਸ਼ਾਸਨ ਇਸ ਗੱਲ ਵੱਲ ਧਿਆਨ ਦੇ ਰਿਹਾ ਜੀ। ਮੇਨ ਦਿੱਕਤ ਹੈ ਇਹੀ ਜਿਹੜੀ ਸਮੱਸਿਆ ਅਨਲਿਫਟਿੰਗ ਦੀ। ਰੇਲਵੇ ਵੱਲੋਂ ਕਿੰਨਾ ਅਲਾਟਡ ਟਾਈਮ ਹੈ? ਰੇਲਵੇ ਵੱਲੋਂ ਕਿੰਨਾ ਅਲਾਟਡ ਟਾਈਮ ਹੈ? ਜੇ ਆਪਾਂ ਮੁਕਤਸਰ ਨੂੰ ਲਈਏ ਤੇ ਇੱਥੇ 24 ਆਵਰ ਓਪਨ ਹੈ ਜੀ, 24 ਆਵਰ ਕੰਮ ਚੱਲ ਸਕਦਾ ਜੀ। ਤੇ ਲੇਕਿਨ FCI ਵਾਲੇ ਆਪਦੀ ਮਰਜ਼ੀ ਨਾਲ ਜੀ 8 ਵਜੇ ਆਉਂਦੇ ਆ, ਉਹ ਜੀ 8 ਘੰਟੇ ਕੰਮ ਕਰਕੇ ਨਿਕਲ ਜਾਂਦੇ ਜੀ FCI ਵਾਲੇ। ਠੀਕ ਹੈ ਗਰੇਵਾਲ ਸਾਹਿਬ, 24 ਆਵਰ ਚੱਲੇ, ਟਰੱਕ ਖਾਲੀ ਹੋਣ ਜੀ। ਠੀਕ ਹੈ ਗਰੇਵਾਲ ਸਾਹਿਬ, ਮੋٹے ਤੌਰ ਤੇ 3-4 ਚੀਜ਼ਾਂ ਨੇ, ਆਪਾਂ ਇੱਕ ਇੱਕ ਕਰਕੇ ਐਡਰੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਭ ਤੋਂ ਵੱਡੀ ਸਮੱਸਿਆ ਲਿਫਟਿੰਗ ਦੀ, ਔਰ ਲਿਫਟਿੰਗ ਦੇ ਪਿੱਛੇ ਵਜ੍ਹਾ ਕੀ ਨੇ ਉਹ ਰਵਨੀਤ ਬਰਾੜ ਜੀ ਨੇ ਵੀ ਦੱਸਿਆ ਔਰ ਬੱਬੂ ਬਾਂਸਲ ਜੀ ਵੀ ਦੱਸ ਰਹੇ ਨੇ ਕਿ ਅਸਲ ਦੇ ਵਿੱਚ ਇਹ ਦਿੱਕਤ ਹੈ ਤੇ ਕੱਲ ਨੂੰ ਗਲੱਟ ਵੱਜਣ ਦਾ ਡਰ ਬਣ ਜਾਣਾ ਹੈ। ਫਿਰ ਉਹਨਾਂ ਚੀਜ਼ਾਂ ਨੂੰ ਹੋਰ ਜ਼ਿਆਦਾ ਜਿਹੜਾ ਹੈ ਔਖਾ ਹੋ ਜਾਣਾ ਹੈ ਉਹਨਾਂ ਨੂੰ ਸੰਭਾਲਣਾ ਜਾਂ ਠੀਕ ਕਰਨਾ। ਇਸ ਕਰਕੇ ਜੇ ਸ਼ੁਰੂਆਤੀ ਦੌਰ 'ਚ ਹੀ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਦਿੱਕਤਾਂ ਨੇ ਉਸ ਨੂੰ ਦੂਰ ਕਰ ਲਿਆ ਜਾਵੇ ਤਾਂ ਪ੍ਰੋਕਿਉਰਮੈਂਟ ਸਮੂਥ ਹੋ ਜਾਣੀ ਹੈ। ਕਰੀਬ ਜੋ ਮੈਂ ਆંકੜੇ ਦੇਖ ਰਿਹਾ ਸੀਗਾ, ਖਰੀਦ ਹੋ ਚੁੱਕੀ ਹੈ, ਪਰ 70% ਦੇ ਕਰੀਬ ਜੋ ਡਾਟੇ ਆਪਣੇ ਆਨਲਾਈਨ ਸਰਕਾਰ ਦੇ ਦਿੱਤੇ ਹੋਏ ਆ ਕਿ 70% ਦੇ ਕਰੀਬ ਲਿਫਟਿੰਗ ਨਹੀਂ ਹੋਈ ਜੀ। ਬਰਾੜ ਸਾਹਿਬ ਦੇਖੋ, 60 ਲੱਖ ਮੈਟ੍ਰਿਕ ਟਨ ਆਇਆ, 57 ਲੱਖ ਚੱਕ ਲਿਆ, 57 ਲੱਖ ਚੱਕ ਲਿਆ, 3 ਲੱਖ ਪਿਆ ਉਹਦੀ ਸਲਾਬ ਹੈ, ਸੁੱਕੇਗਾ। ਦੇਖੋ ਰੱਬ ਦੀ ਮਾਰ ਪਈ ਹੈ। ਲਿਫਟਿੰਗ ਜਿਹੜੀ ਆ ਸਰਕਾਰ ਦੀ ਜ਼ਿੰਮੇਵਾਰੀ, ਜਦੋਂ ਜ਼ਿਮੀਂਦਾਰ ਦੇ ਖਾਤੇ 'ਚ ਪੈ ਗਈ ਲਿਫਟਿੰਗ ਐਂਡ ਗਲਟ ਦੀ ਇਹਨਾਂ ਦੀ ਚਿੰਤਾ ਬਿਲਕੁਲ ਜਾਇਜ਼ ਹੈ। ਪਰ ਜਿਸ ਤਰ੍ਹਾਂ ਵੀਟ ਦੀ ਸ਼ਾਰਟੇਜ ਆ ਵਰਲਡ ਵਾਈਡ, ਮੈਨੂੰ ਪੱਕਾ ਪਤਾ ਕਿ ਕੇਂਦਰ ਸਰਕਾਰ ਕੀ ਇੱਕ ਛੱਡੋ 6 ਟ੍ਰੇਨਾਂ ਲਾਉਣਗੇ। ਜਦੋਂ ਲੋੜ ਹੁੰਦੀ ਹੈ ਉਦੋਂ ਤਾਂ ਅਸੀਂ ਬਹੁਤ ਚੰਗੇ ਲੱਗਦੇ ਹਾਂ ਜੀ, ਉਦੋਂ ਤਾਂ ਅਸੀਂ ਬਹੁਤ ਚੰਗੇ ਲੱਗਦੇ ਹਾਂ। ਅਸੀਂ ਤਾਂ ਕਿਸਾਨ ਵੀਰਾਂ ਨੂੰ ਇਹ ਕਹਿ ਰਹੇ ਹਾਂ ਕਿ ਤੁਹਾਨੂੰ ਦਾਣੇ ਲਈ ਮੁਹਤਾਜ ਨਹੀਂ ਹੋਣ ਦੇਵਾਂਗੇ, ਫਿਕਰ ਨਾ ਕਰੋ। ਆਹ ਸਮਾਂ ਅਸੀਂ ਕਹਿ ਰਹੇ ਹਾਂ ਕਿ ਔਖਾ ਵੇਲਾ, ਰੱਬ ਦੀ ਮਾਰ ਪੈ ਗਈ। ਹੁਣ ਇਹਦੇ 'ਚ ਕੋਈ ਕੁਝ ਨਹੀਂ ਕਰ ਸਕਦਾ। ਮੈਂ ਬੜੀ ਸਹੀ ਗੱਲਾਂ ਕਿਸਾਨ ਵੀਰ ਕਰਦੇ ਨੇ। ਉਹਨਾਂ ਨੇ ਕਿਹਾ ਕਿ ਦੇਖੋ ਜਿਹੜਾ ਕਲਾਈਮੇਟ ਚੇਂਜ ਹੈ ਉਹਨਾਂ ਨੂੰ ਪਤਾ ਆਪਾਂ ਬਦਲ ਨਹੀਂ ਸਕਦੇ। ਜਿਹੜੇ ਟਰੈਕਟਰ ਤੇ ਦੂਜੀ ਐਂਟਰੀ ਉਹਨਾਂ ਨੇ ਕਹੀ, ਸਰ ਮੈਂ ਥੋੜੀ ਜਿਹੀ ਜਾਣਕਾਰੀ ਦੇ ਦਾਂ ਕਿ ਪਿਛਲੇ 5 ਸਾਲਾਂ 'ਚ ਜਦੋਂ ਕਾਂਗਰਸ ਸਰਕਾਰ ਸੀ, ਪੰਜਾਬ ਦੀ ਧਰਤੀ ਆਲਮੋਸਟ 20% ਜ਼ਿਆਦਾ ਕਣਕ ਤੇ ਝੋਨਾ ਪੈਦਾ ਕਰਨ ਲੱਗੀ ਸੀ। ਆਲਮੋਸਟ 20% ਜ਼ਿਆਦਾ। ਉਹ ਇੱਕਦਮ ਹੀ ਹੋ ਗਿਆ ਜੀ। ਰੱਬ ਨੇ ਇਹੋ ਜਿਹੀ ਬਖਸ਼ ਕੀਤੀ ਕਿ ਯੂਪੀਓਂ, ਰਾਜਸਥਾਨੋਂ, ਹਰਿਆਣਿਓਂ ਇਹੋ ਜਿਹੇ ਟਰੱਕ ਆਉਣ ਲੱਗੇ ਕਿ ਬੱਟੇ ਕੱਢੇ ਗਏ ਜੀ। ਤੇ ਅਸੀਂ ਤਾਂ ਇਹ ਕਹਿੰਦੇ ਕਿ ਜਿਹੜੇ ਸਾਡੇ ਕਿਸਾਨ ਨੇ, ਉਹ ਹਰਿਆਣਿਓਂ ਨਹੀਂ, ਯੂਪੀ ਤੇ ਰਾਜਸਥਾਨ ਤੋਂ, ਤੇ ਸਾਡੇ ਕਿਸਾਨ ਨੇ ਉਹਨਾਂ ਦੀ ਚੀਜ਼ ਚੱਕੀਏ। ਜਿਹੜੀ ਚੋਰੀ ਹੈ ਉਹਨੂੰ ਰੋਕੀਏ। ਸਰ ਚੋਰੀ ਬਹੁਤ ਵੱਡੀ ਧਾਰਨੀ ਸੀ ਇਸ ਸਾਰੇ ਕੰਮ 'ਚ, ਉਹਨੂੰ ਰੋਕਣਾ ਜ਼ਰੂਰੀ ਹੈ। ਪਰ ਅਸੀਂ ਕਿਸਾਨ ਵੀਰਾਂ ਨੂੰ ਇੱਕ ਵਾਅਦਾ ਕਰਦੇ ਹਾਂ, 7300 ਕਰੋੜ ਰੁਪਇਆ ਵੰਡਤਾ ਜੀ। 7300 ਕਰੋੜ ਰੁਪਇਆ ਵੰਡਿਆ ਗਿਆ। ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੀ ਵੀ ਇਹ ਪ੍ਰੋਬਲਮ ਹੈ ਇਹਨੂੰ ਸਟ੍ਰੀਮਲਾਈਨ ਕਰਾਂਗੇ। ਆੜਤੀਆਂ ਦੀ ਗੱਲ ਕੀਤੀ, ਮੈਂ ਦੁਆਬੇ 'ਚੋਂ ਆਇਆ ਜੀ, ਮੈਂ ਹੁਣ ਵੀ ਗਰਾਇਆ ਤੋਂ ਹੀ ਆਇਆ। ਅਪਰੇ ਮੰਡੀ 'ਚ ਮੈਨੂੰ ਜ਼ਿਮੀਂਦਾਰ ਆੜਤੀਆਂ ਨੇ ਕਿਹਾ ਕਿ ਦੇਖੋ ਜੀ ਸਾਡੀ FCI ਚੱਕ ਰਹੀ ਹੈ ਤੇ ਸਾਡਾ ਲੇਟ ਵੀ ਹੋ ਰਿਹਾ, ਤੇ ਪੰਜਾਬ ਦੀ ਏਜੰਸੀਆਂ ਚੱਕ ਲੈਣ। ਵਿਦਿਨ 24 ਆਵਰਸ ਪੰਜਾਬ ਦੀਆਂ ਏਜੰਸੀਆਂ ਚੱਕਣ ਲੱਗ ਗਈਆਂ ਕਿ ਅਸੀਂ ਫਟਾਫਟ ਇਸ ਚੀਜ਼ ਨੂੰ ਸੌਟ ਆਊਟ ਕਰੀਏ। ਸੋ ਕਿਸਾਨਾਂ ਨੂੰ ਜੇ ਕਿਤੇ ਇੱਕ ਕੁਦਰਤ ਦੀ ਆਪਦਾ ਦਾ ਸਾਹਮਣਾ ਕਰਨਾ ਪੈ ਰਿਹਾ, ਪੰਜਾਬ ਸਰਕਾਰ ਉਹਦਾ ਸਾਥ ਦੇਗੀ ਐਂਡ ਕੇਂਦਰ ਸਰਕਾਰ ਮਜਬੂਰੀ 'ਚ ਦੇਗੀ। ਲਾਭਾਰਥੀ ਵੀ ਤਾਂ ਬਣਾਉਣੇ ਆ ਸਰ। 80 ਕਰੋੜ ਲਾਭਾਰਥੀ ਐਵੇਂ ਤਾਂ ਨਹੀਂ ਆਉਂਦੇ। ਸਾਡੀ ਹਿੱਕ ਤੇ ਅਸੀਂ ਪੈਦਾ ਕਰਦੇ ਹਾਂ, ਪੰਜਾਬ ਹਰਿਆਣਾ ਪੈਦਾ ਕਰਦਾ, ਤਾਂ ਹੀ ਅਸੀਂ ਦਿੰਦੇ ਹਾਂ। ਸਭ ਤੋਂ ਜ਼ਰੂਰੀ ਗੱਲ ਬਰਾੜ ਸਾਹਿਬ ਇਹ ਹੈ ਕਿ ਜਿਹੜੀ ਇਹ ਮਜਬੂਰੀ ਹੈ ਨਾ, ਪਹਿਲੀ ਗੱਲ ਕਲਾਈਮੇਟ ਚੇਂਜ, ਉਹਦੇ ਬਾਰੇ ਸੋਚਣਾ ਪਏਗਾ। ਤੇ ਜਿਹੜੀ ਇਹ ਕਿਸਾਨਾਂ ਦੀ ਮਜਬੂਰੀ ਹੈ ਕਿ ਮੇਰਾ ਦਾਣਾ ਚੱਕਿਆ ਜਾਵੇ, ਅਸੀਂ ਹਾਲਾਤ ਇਹੋ ਜਿਹੇ ਪੈਦਾ ਕਰਨੇ ਚਾਹੁੰਦੇ ਹਾਂ ਕਿ ਕਿਸਾਨ ਦੇ ਖੇਤ 'ਚ ਵਪਾਰੀ ਆਵੇ। ਗਰੇਵਾਲ ਸਾਹਿਬ, ਜਿਵੇਂ ਚੀਜ਼ਾਂ ਸਾਹਮਣੇ ਆਉਂਦੀਆਂ ਉਵੇਂ ਹੀ ਪਤਾ ਚੱਲਦਾ ਹੈ ਅਸਲ ਦੇ ਵਿੱਚ। ਤੇ ਜਿਵੇਂ ਜਦੋਂ ਤੁਸੀਂ ਚੀਜ਼ਾਂ ਨਾਲ ਵਾਬਸਤਾ ਹੁੰਨੇ ਹੋ ਫਿਰ ਹੀ ਪਤਾ ਚੱਲਦਾ ਹੈ ਕਿ ਦਿੱਕਤ ਕਿੱਥੇ ਆ ਰਹੀ ਹੈ ਨਾ। ਜੇ ਤੁਸੀਂ ਕੋਈ ਨਵਾਂ ਡਿਸੀਜਨ ਲਿਆ ਇਸ ਵਾਰੀ, ਮੰਨ ਲਓ ਟਰੈਕਟਰ ਟਰਾਲੀਆਂ ਤੁਸੀਂ ਬੰਦ ਕਰਤੀਆਂ, ਤਾਂ ਉਸ ਤੋਂ ਬਾਅਦ ਕੀ ਦਿੱਕਤ ਆਈ, ਫਿਰ ਉਸ ਦਾ ਕੋਈ ਨਾ ਕੋਈ ਸਬਸਟੀਚਿਊਟ ਵੀ ਲੱਭਣਾ ਪਏਗਾ। ਲੱਭ ਲਿਆ ਸਰ, ਲੱਭ ਲਿਆ। ਪਤਾ ਕੀ ਕੀਤਾ ਸਰ ਇਹਨਾਂ ਨੇ? ਦੇਖੋ
ਯੂਨੀਅਨ ਸੀ, ਇੱਕ ਪੂਰਾ ਬਹੁਤ ਵੱਡਾ ਤਾਣਾ ਬਾਣਾ ਸੀ ਜਿਹੜਾ ਇਹ ਚੋਂ ਲਾਈਕ ਜੈਨੂਅਨ ਕਮਾਈ ਕਰਦਾ ਸੀ, ਪਰ ਬਹੁਤ ਵੱਡਾ ਤਾਣਾ ਬਾਣਾ ਸੀ ਜਿਹੜਾ ਇਹਦੀ ਆੜ 'ਚ ਬਹੁਤ ਕੁਝ ਹੋਰ ਕਰਦਾ ਸੀਗਾ। ਅਸੀਂ ਐਤਕੀ ਤੀਜੀ ਪ੍ਰੋਕਿਉਰਮੈਂਟ ਕਰ ਰਹੇ ਹਾਂ ਸਰ। ਠੀਕ ਹੈ। ਤੀਜੀ ਪ੍ਰੋਕਿਉਰਮੈਂਟ ਤੱਕ ਅਸੀਂ ਇਹ ਸਟ੍ਰੀਮਲਾਈਨ ਕਰ ਲਿਆ ਕਿ ਫਟਾਫਟ ਪੈਸੇ ਜਾਣ। ਐਂਡ ਜਿਹੜਾ ਗਲਤ ਦੀ ਇਹਨਾਂ ਦੀ ਚਿੰਤਾ, ਮੈਂ ਤੁਹਾਨੂੰ ਵਾਅਦਾ ਕਰਨਾ ਅਗਲੇ 24 ਘੰਟਿਆਂ 'ਚ ਕਟਾਰੂ ਚੱਕ ਸਾਹਿਬ ਨੂੰ ਮੈਂ ਕੰਮ ਕਰਦੇ ਦੇਖਿਆ ਜੀ, ਮੈਂ ਉਹਨਾਂ ਨੂੰ ਕੰਮ ਕਰਦੇ ਦੇਖਿਆ, ਐਂਡ ਮੈਂ ਮਾਣ ਨਾਲ ਕਹਿ ਸਕਦਾ ਕਿ ਅਗਲੇ 24 ਘੰਟਿਆਂ 'ਚ ਮੰਡੀਆਂ 'ਚੋਂ ਸਾਰਾ ਕੁਝ ਚੱਕਿਆ ਜਾਏਗਾ। 24 ਤੋਂ 48 ਘੰਟੇ ਦੇ ਵਿੱਚ ਤੁਸੀਂ ਦੇਖੋਗੇ ਅਸੀਂ ਇੱਕ ਦਾਣਾ ਨਹੀਂ ਰਹਿਣ ਦਿੰਦੇ, ਤੇ ਅਸੀਂ ਪੰਜਾਬ ਦੀ ਕਿਸਾਨੀ ਨੂੰ ਕਿਸੇ ਦਾਣੇ ਨਾਲ ਦਾ ਮੁਹਤਾਜ ਵੀ ਨਹੀਂ ਰਹਿਣ ਦੇਣਾ ਸਰ। ਇਹ ਵੀ ਵਾਅਦਾ ਰਿਹਾ, ਇਹ ਵੀ ਵਾਅਦਾ। ਚਲੋ ਮੈਂ ਚੀਮਾ ਸਾਹਿਬ ਤੋਂ ਇੱਕ ਕਮੈਂਟ ਲੈਣਾ, ਫਿਰ ਕੁਝ ਹੋਰ ਟੈਕਨੀਕਲ ਇਸ਼ੂਜ਼ ਨੇ ਜਿਹਦੇ ਬਾਰੇ ਜਾਣਾਂਗੇ। ਚੀਮਾ ਸਾਹਿਬ, ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ, ਕਿਉਂਕਿ ਰੋਲ ਕੇਂਦਰ ਦਾ ਵੀ ਹੈ ਤੇ ਰੋਲ ਪੰਜਾਬ ਦਾ ਵੀ ਹੈ। ਪੰਜਾਬ ਦੀਆਂ ਵੀ ਏਜੰਸੀਆਂ ਨੇ, ਜਿਵੇਂ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਵੀ ਲਿਫਟਿੰਗ ਸ਼ੁਰੂ ਕਰਤੀ ਹੈ, ਔਰ ਮੇਨ ਗਰਜ ਜਿਹੜਾ ਹੈ ਉਹ FCI ਦੇ ਨਾਲ ਹੈ। 24 ਘੰਟੇ ਜਿਹੜੇ ਨੇ ਰੇਲਵੇ ਰੈਕ ਅਵੇਲੇਬਲ ਨੇ, ਪਰ FCI ਦੇ ਅਧਿਕਾਰੀ ਘੱਟ ਕੰਮ ਕਰ ਰਹੇ ਨੇ। ਬਹੁਤ ਸਾਰੇ ਜਿਹੜੀਆਂ ਮਾਰਕੀਟ ਕਮੇਟੀਆਂ ਦੇ ਅਧਿਕਾਰੀ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਉੱਤੇ ਏਜੰਸੀ ਨੂੰ ਲਿਖਤਾ, ਹੁਣ ਅੱਗੇ ਏਜੰਸੀ ਨੇ ਚੱਕਣਾ। ਸੋ ਇਸ ਤਰੀਕੇ ਦੀਆਂ ਦਿੱਕਤਾਂ ਆ ਰਹੀਆਂ ਨੇ। ਚੀਮਾ ਜੀ। ਬਰਾੜ ਸਾਹਿਬ, ਮੈਂ ਪਹਿਲਾਂ ਦੱਸਣਾ ਚਾਹੁੰਦਾ ਕਿ ਜਿਹੜਾ ਲਿਫਟਿੰਗ ਦੀ ਸਮੱਸਿਆ ਹੈ ਜੀ, ਕਿਉਂਕਿ ਮੈਂ ਬਰਾੜ ਸਾਹਿਬ ਜਿਹੜੇ ਗਰੇਵਾਲ ਸਾਹਿਬ ਨੇ ਉਹ ਕਹਿ ਰਹੇ ਸੀ ਕਿ ਮੌਸਮ ਦੀ ਮਾਰ ਪੈ ਗਈ। ਠੀਕ ਹੈ, ਮੌਸਮ ਦੀ ਮਾਰ ਵੀ ਪਈ ਹੈ ਜੀ, ਪਰ ਮੈਂ ਮੰਡੀਆਂ ਦੇ ਵਿੱਚ, ਕਿਉਂਕਿ ਜਿੱਦਾਂ ਮੇਰੇ ਕੋਲ ਜਿਹੜੀਆਂ ਨੇੜੇ ਮੰਡੀਆਂ ਜਾਂ ਪੰਜਾਬ ਦੇ ਵਿੱਚ ਘੁੰਮਦੇ ਆ, ਮੈਂ ਪਿਛਲੇ ਦਿਨਾਂ 'ਚ ਮੰਡੀਆਂ 'ਚ ਵੇਖ ਰਿਹਾ ਸੀ। ਹਾਂਜੀ, ਖਰੀਦ ਹੋਈ ਜਾ ਰਹੀ ਸੀ, ਕਣਕ ਭਰੀ ਜਾ ਰਹੀ ਸੀ ਜੀ। ਉਹਨਾਂ ਦੀ ਲਿਫਟਿੰਗ ਅੱਜ ਤੋਂ ਆ ਬਾਰਿਸ਼ ਤੋਂ ਦੁਬਾਰਾ ਫੇਰ 3-4 ਦਿਨ ਪਹਿਲਾਂ ਸ਼ੁਰੂ ਹੋਈ ਹੈ, ਤੇ ਵਿੱਚ ਜਿਹੜੇ ਦਿਨ ਖਾਲੀ ਸੀਗੇ ਜਦੋਂ ਧੁੱਪਾਂ ਲੱਗਦੀਆਂ ਸੀ ਉਸ ਸਮੇਂ ਲਿਫਟਿੰਗ ਹੀ ਨਹੀਂ ਹੋਈ ਹੈਗੀ, ਕਿਉਂਕਿ ਲਿਫਟਿੰਗ ਤੇ ਸਰਕਾਰ ਨੇ ਪ੍ਰੋਪਰ ਪ੍ਰਬੰਧ ਹੀ ਨਹੀਂ ਕਰ ਪਾਈ ਹੈਗੀ ਸਰਕਾਰ, ਜਿਹਦੇ ਕਰਕੇ ਜਿਹੜੀ ਕਣਕ ਹੈ ਅੱਜ ਤੁਸੀਂ ਮੰਡੀਆਂ 'ਚ ਜਾ ਕੇ ਵੇਖੋ, ਮੰਡੀਆਂ 'ਚ ਇੱਕ ਵੀ ਬੋਰੀ ਹੋਰ ਲਾਉਣ ਨੂੰ ਜਗ੍ਹਾ ਨਹੀਂ ਬਚੀ। ਮੰਡੀ ਧਾਂਕਾਂ ਲੱਗ ਰਹੀਆਂ ਹੈ, ਮੰਡੀਆਂ ਦੇ ਵਿੱਚ ਇਸ ਤਰ੍ਹਾਂ ਦਾ ਹਾਲ ਬਣਿਆ ਪਿਆ ਹੈ। ਸਰਕਾਰ ਦੀ ਨਲਾਇਕੀ ਦੇ ਕਰਕੇ ਗਰੇਵਾਲ ਸਾਹਿਬ ਨੇ ਬੜੇ ਵਧੀਆ ਢੰਗ ਨਾਲ, ਕਿਉਂਕਿ ਗਰੇਵਾਲ ਸਾਹਿਬ ਜਿਹੜਾ ਸ਼ਬਦਾਂ ਦਾ ਜਾਲ ਆ ਬੜਾ ਅੱਛਾ ਬੁਣਦੇ ਆ, ਔਰ ਪਾਰਟੀ ਦਾ ਪੱਖ ਬੜੇ ਵਧੀਆ ਢੰਗ ਨਾਲ, ਸਾਫ਼ ਢੰਗ ਨਾਲ ਪਰਸਨ ਚੰਗੇ ਆ ਤੇ ਮੰਨਦੇ ਹੋ, ਝੂਠ ਨੂੰ ਵੀ ਸੱਚ 'ਚ ਬਦਲ ਦਿੰਦੇ ਆ। ਪਰਸਨ ਚੰਗੇ ਆ ਤੇ ਮੰਨਦੇ ਹੋ ਹੈ। ਹਾਂ ਬਿਲਕੁਲ, ਪਰ ਜੋ ਲੋਕਾਂ ਨਾਲ ਬੀਤ ਰਹੀ ਹੈ, ਸਪੋਕਸ ਪਰਸਨ ਅੱਛੇ ਹੈ, ਪਰ ਲੋਕਾਂ ਦਾ ਦਰਦ ਵੀ ਸਮਝਣਾ ਚਾਹੀਦਾ, ਜੱਟਾਂ ਦਾ ਦਰਦ। ਇਸੇ ਲਈ ਆਪਾਂ ਬਿਠਾਇਆ, ਇਸੇ ਲਈ ਬਿਠਾਇਆ ਕਿ ਇੱਕ ਇੱਕ ਚੀਜ਼ ਨੂੰ ਐਡਰੈਸ ਕਰ ਸਕੀਏ। ਅਲਟੀਮੇਟਲੀ ਆਪਣੀ ਕੋਸ਼ਿਸ਼ ਕੋਈ ਇੱਥੇ ਬਹਿਸਬਾਜ਼ੀ ਜਾਂ ਲੜਨਾ ਜਾਂ ਸਿਆਸੀ ਗੱਲਾਂ ਕਰਨਾ ਨਹੀਂ ਹੈ, ਅਸਲ ਦੇ ਵਿੱਚ ਜੋ ਐਕਚੁਅਲ ਪੋਜੀਸ਼ਨ ਹੈ। ਇਸੇ ਕਰਕੇ ਮੈਂ ਰਵਨੀਤ ਬਰਾੜ ਹੋਰਾਂ ਨੂੰ ਬੁਲਾਇਆ ਜਾਂ ਬਾਂਸਲ ਜੀ ਨੂੰ ਬੁਲਾਇਆ ਕਿ ਆਪਣੇ ਕੋਲੇ ਟੈਕਨੀਕਲ ਚੀਜ਼ਾਂ ਆ ਜਾਣ, ਅਦਰਵਾਈਜ਼ ਸਾਰੀ 4 ਪਾਰਟੀਆਂ ਬੈਠ ਜਾਂਦੀਆਂ ਤਾਂ ਉਹ ਰੌਲਾ ਪੈ ਕੇ ਕੰਮ ਖਤਮ ਹੋ ਜਾਣਾ ਸੀ। ਉਹਦੇ 'ਚ ਜਿਹੜੀ ਹੈਗੀ ਕਿ ਇੱਕ ਤੋਂ ਪ੍ਰੋਪਰ ਪ੍ਰਬੰਧ ਨਾ ਹੋਣ ਕਰਕੇ ਸ਼ੁਰੂ ਤੋਂ ਹੀ ਲਿਫਟਿੰਗ ਹੀ ਨਹੀਂ ਪ੍ਰੋਪਰ ਹੋ ਰਹੀ, ਜਿਹਦੇ ਕਰਕੇ ਮੰਡੀਆਂ ਦੇ ਵਿੱਚ ਜਿਹੜੀਆਂ ਬੋਰੀਆਂ ਜਮ੍ਹਾਂ ਹੋ ਗਈਆਂ, ਤੇ ਜਦੋਂ ਆ 3-4 ਦਿਨ ਪਹਿਲਾਂ ਬਾਰਿਸ਼ ਪਈ ਉਹਦੇ ਕਰਕੇ ਏਜੰਸੀਆਂ ਨੇ ਉਸ ਤੋਂ ਬਾਅਦ ਫਿਰ ਤਾਂ ਲਿਫਟਿੰਗ ਅੱਜ 4 ਦਿਨ ਤੋਂ ਇੱਕ ਵੀ ਬੋਰੀ ਕਿਸੇ ਮੰਡੀ ਚੋਂ ਇਸ ਕਰਕੇ ਨਹੀਂ ਚੁੱਕੀ ਗਈ ਕਿ ਉਹਦੇ 'ਚ ਸਲਾਬ ਜ਼ਿਆਦਾ ਹੋ ਗਈ ਹੈ, ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਬਾਰਿਸ਼ ਪੈ ਗਈ। ਹਾਂ, ਜੇ ਪ੍ਰਬੰਧ ਸਹੀ ਕੀਤੇ ਹੁੰਦੇ ਸਰਕਾਰ ਨੇ, ਜਿਹੜੀ ਜਿਸ ਤਰ੍ਹਾਂ ਬੜੀ ਪਹਿਲਾਂ ਵੱਡੀ ਇੱਕ ਸਾਡੇ ਭਾਈ ਸਾਹਿਬ ਨੇ ਕਿਸਾਨ ਯੂਨੀਅਨ ਦੇ ਨੇਤਾ ਜਿਹੜੇ ਨੇ ਉਹਨਾਂ ਨੇ ਗੱਲ ਕੀਤੀ ਕਿ ਜਿਹੜੀ ਲਿਫਟਿੰਗ ਦਾ ਪ੍ਰਬੰਧ ਹੈ, ਟਰੈਕਟਰ ਟਰਾਲੀਆਂ ਨੂੰ ਬੰਦ ਕਰ ਦੇਣਾ, ਜੇ ਸਰਕਾਰ ਨੇ ਉਹ ਸਾਰੇ ਪ੍ਰਬੰਧ ਸਹੀ ਕੀਤੇ ਹੁੰਦੇ, ਲਿਫਟਿੰਗ ਨਾਲ ਦੀ ਨਾਲ ਹੋਈ ਜਾਵੇ। ਸਰਕਾਰ ਨੇ, ਸਟੇਟ ਗਵਰਨਮੈਂਟ ਨੇ ਪ੍ਰਬੰਧ ਕਰਨੇ ਆ, ਸਾਰਾ ਮੰਡੀਆਂ ਦੇ ਵਿੱਚੋਂ ਲਿਫਟ ਕਰਨਾ, ਇਹ ਸਾਰਾ ਕੁਝ ਇੱਥੇ ਸਰਕਾਰ ਦੀ ਨਲਾਇਕੀ ਹੈ, ਜਿਹਦੇ ਕਰਕੇ ਅੱਜ ਮੰਡੀਆਂ ਦੇ ਵਿੱਚ ਕਣਕ ਜਿਹੜੀ ਹੈ ਭਿੱਜ ਵੀ ਰਹੀ ਹੈ। ਤੇ ਜਿਹੜਾ ਆਪਣੇ ਗਰੇਵਾਲ ਸਾਹਿਬ ਵਾਰ-ਵਾਰ ਕਹਿ ਰਹੇ ਹੈ ਕਿ ਇੱਕ ਦਾਣਾ ਚੁੱਕਣਾ ਪੈਣਾ, ਸਰਕਾਰ ਨੇ ਕੇਂਦਰ ਦੀ ਨੇ ਤੋਂ ਪਹਿਲਾਂ ਹੀ ਚੁੱਕ ਲੈਣਾ। ਇਹਨਾਂ ਨੂੰ ਲਿਮਿਟ ਜਿਹੜੀ ਹੈ, ਜਿੰਨੇ ਪੈਸੇ ਚਾਹੀਦੇ ਆ, ਕ੍ਰੈਡਿਟ ਲਿਮਿਟ ਉਹਨਾਂ ਨੇ ਜਾਰੀ ਕਰ ਦਿੱਤੀ ਸੀ ਅੱਜ ਤੋਂ ਕਾਫੀ ਸਮਾਂ ਪਹਿਲਾਂ ਹੀ। ਪੈਸੇ ਸਰਕਾਰ ਕੋਲ ਆਏ ਹੋਏ ਆ, ਸਰਕਾਰ ਨੇ ਪੈਸੇ ਉਹ ਕਣਕ ਚੁੱਕਣੀ ਹੈ। ਪਰ ਤੁਸੀਂ ਅੱਗੇ ਸੋਚੋ, ਇਹ ਜਿਹੜੀ ਭਿੱਜੜ ਕਣਕ ਹੈ, ਕਿਉਂਕਿ ਜਾਣੀ ਲਾਭਪਾਤਰੀਆਂ ਕੋਲ ਹੈ, ਪਾਤਰੀ ਇਸ ਗੰਦੀ ਕਣਕ ਨੂੰ ਸੈਂਟਰ ਸਰਕਾਰ ਉਹਨਾਂ ਨੂੰ ਦੇ ਪਾਊਗੀ, ਇਹ ਕਣਕ ਦਾ ਯੂਜ਼ ਕਿੱਥੇ ਕਰਾਂਗੇ ਜੇ ਲਾਭਪਾਤਰੀਆਂ ਕੋਲ ਜਾਊ? ਕਿ ਗਰੇਵਾਲ ਸਾਹਿਬ ਇਸ ਗੱਲ ਦੇ ਹੱਕ 'ਚ ਹੈ ਕਿ ਆਪਾਂ ਮਾੜੀ ਭਿੱਜੜ ਕਣਕ ਉਹਨਾਂ ਲੋਕਾਂ ਨੂੰ ਖਾਣ ਨੂੰ ਦਈਏ। ਫਿਰ ਇਹਦਾ ਸੋਲੂਸ਼ਨ ਕੀ ਹੈ ਚੀਮਾ ਸਾਹਿਬ? ਫਿਰ ਇਹਦਾ ਸੋਲੂਸ਼ਨ ਕੀ ਹੈ ਕਿ ਨਾ ਚੱਕੀ ਜਾਵੇ ਜਾਂ ਇੰਤਜ਼ਾਰ ਕੀਤਾ ਜਾਵੇ? ਕਣਕ ਚੁੱਕੀ ਜਾਣੀ ਹੈ, ਕਣਕ ਬਿਲਕੁਲ ਚੁੱਕੀ ਜਾਣੀ ਹੈ, ਪਰ ਉਸ ਕਣਕ ਨੂੰ ਬਚਾਉਣ ਦੇ ਲਈ ਜੋ ਰਾਜ ਸਰਕਾਰ ਨੂੰ ਚਾਹੀਦਾ ਸੀ,
ਸੂਬੇ ਦੀ ਸਰਕਾਰ ਨੂੰ ਚਾਹੀਦਾ ਹੈ, ਹਰ ਵਾਰ ਹੀ ਇਦਾਂ ਹੋ ਰਿਹਾ ਕਿ ਪ੍ਰਬੰਧਾਂ ਦੀ ਘਾਟ ਕਰਕੇ ਐਸੇ ਲੋਕਾਂ ਨੂੰ ਟੈਂਡਰ ਦਿੱਤੇ ਜਾਂਦੇ ਆ ਜਿਨ੍ਹਾਂ ਕੋਲ ਇੱਕ ਵੀ ਆਪਣਾ ਟਰੱਕ ਨਹੀਂ ਹੈਗਾ, ਕਿਰਾਏ ਤੇ ਹੀ ਕਰਦੇ ਆ। ਇਸ ਤਰ੍ਹਾਂ ਉਹਨਾਂ ਕੋਲ ਨਾ ਮੈਨੇਜਮੈਂਟ ਪੂਰੀ ਹੋ ਪਾਉਂਦੀ ਹੈ, ਨਾ ਉਹਨਾਂ ਕੋਲ ਟਰੱਕ ਮੌਕੇ ਤੇ ਮਿਲਦੇ ਆ। ਟਰੈਕਟਰ ਟਰਾਲੀਆਂ ਅਸੀਂ ਬੰਦ ਕਰ ਚੁੱਕੇ ਆ, ਜਿਹਦੇ ਨਾਲ ਸਾਡੇ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਸੀ। ਤੇ ਦੂਜੀ ਗੱਲ ਜਿਹੜੀ ਇੱਕ ਵਾਰ-ਵਾਰ ਕਰ ਰਹੇ ਆ ਕਿ FCI ਦੀ ਜਾਂ ਰੇਲਾਂ ਦਾ ਜਿਹੜਾ ਟ੍ਰੇਨਾਂ ਨੇ ਉਹਨਾਂ ਵੱਲੋਂ 24 ਓਵਰ ਇਹਨਾਂ ਨੂੰ ਦਿੱਤਾ ਜਾ ਰਿਹਾ। ਠੀਕ ਹੈ। ਇੱਥੇ ਵੀ ਸਮੱਸਿਆ ਇਹ ਹੈ ਕਿ ਲੇਬਰ ਦਾ ਪ੍ਰਬੰਧ ਉੱਥੇ ਕਿਸ ਤਰ੍ਹਾਂ, ਕਿਉਂਕਿ ਲੇਬਰ ਰਾਤ ਨੂੰ ਤੋਂ ਕੰਮ ਪ੍ਰੋਪਰ ਨਹੀਂ ਕਰ ਪਾ ਰਹੀ। ਲੇਬਰ ਵਾਲਿਆਂ ਨੇ ਆਪਣੇ ਟਰਮਸ ਐਂਡ ਕੰਡੀਸ਼ਨ ਤੇ ਕੰਮ ਕਰਨਾ। ਸਰਕਾਰ ਕੇਂਦਰ ਦੀ ਵੱਲੋਂ ਜਿਹੜਾ ਰੇਲਵੇ ਦਾ ਰੈਕ ਹੈ ਉਹਨੂੰ 24 ਘੰਟੇ ਹੈ, ਪਰ ਉਸ ਦੇ ਵਿੱਚ ਭਰਾਈ ਤੋਂ ਲੇਬਰ ਨੇ ਇਹਨਾਂ ਦੀ ਨਹੀਂ ਕਰਨੀ ਹੈ ਨਾ, ਇਹਨਾਂ ਨੇ ਲੇਬਰ ਨੂੰ ਵੀ ਠੇਕੇ ਦਿੱਤੇ ਹੋਏ ਆ। ਠੀਕ ਹੈ। ਸੂਬਾ ਸਰਕਾਰ ਨੂੰ ਇਸ ਪਾਸੇ ਆ ਕੇ ਧਿਆਨ ਦੇਣਾ ਚਾਹੀਦਾ। ਮੈਂ ਕੋਈ ਦੋਸ਼ ਨਹੀਂ ਲਾ ਰਿਹਾ, ਠੀਕ ਹੈ। ਨਹੀਂ, ਵੈਲਿਡ ਪੁਆਇੰਟ ਹੈ। ਆਪਾਂ ਪੁਆਇੰਟ ਵਾਈਜ਼ ਡਿਸਕਸ ਕਰ ਰਹੇ ਹਾਂ। ਵੈਲਿਡ ਪੁਆਇੰਟ ਹੈ। ਮੈਂ ਬੱਬੂ ਜੀ ਇਸ ਤੇ ਹੋਰ ਜ਼ਿਆਦਾ ਚਾਨਣਾ ਪਾ ਸਕਦੇ ਆ, ਬੱਬੂ ਜੀ ਜਾਂ ਰਵਨੀਤ ਬਰਾੜ ਸਾਹਿਬ। ਬੱਬੂ ਜੀ ਤੁਸੀਂ ਦੱਸੋ, ਦੋ ਚੀਜ਼ਾਂ ਦੀ ਗੱਲ ਜਿਹੜੀ ਚੀਮਾ ਸਾਹਿਬ ਨੇ ਕੀਤੀ ਹੈ। ਮੈਂ ਗਰੇਵਾਲ ਸਾਹਿਬ ਬਾਅਦ 'ਚ ਤੁਹਾਡੇ ਕੋਲੇ ਆਉਣਾ, ਡਿਟੇਲ 'ਚ ਆਪਾਂ ਕਰਾਂਗੇ ਗੱਲ। ਬੱਬੂ ਜੀ ਜਿਹੜੀ ਗੱਲ, ਇੱਕ ਤੇ ਇਹਨਾਂ ਨੇ ਕਿਹਾ ਕਿ ਟੈਂਡਰ ਜਿਹੜੇ ਆ ਉਹ ਐਸੇ ਲੋਕਾਂ ਨੂੰ ਕਈ ਵਾਰੀ ਦਿੱਤੇ ਜਾਂਦੇ ਆ ਜਿਨ੍ਹਾਂ ਦੇ ਕੋਲੇ ਇੱਕ ਵੀ ਟਰੱਕ ਹੈ ਨਹੀਂ, ਜਾਂ ਮੈਂ ਇਸ ਨੂੰ ਇਹ ਸਮਝਾਂ ਕਿ ਕਈ ਵਾਰੀ ਟਰੱਕ ਯੂਨੀਅਨ ਦੇ ਪ੍ਰਧਾਨ ਛੱਡ ਵੀ ਚੁੱਕੇ ਆ ਪਰ ਫਿਰ ਵੀ ਟੈਂਡਰ ਉਹਨਾਂ ਦੇ ਨਾਮ ਤੇ ਚੱਲ ਰਹੇ ਆ। ਕੀ ਇਹ ਟੈਕਨੀਕਲ ਪੁਆਇੰਟ ਹੈ ਸਮੱਸਿਆ ਦਾ? ਟੈਂਡਰ ਹੁਣ ਨਵੇਂ ਨਹੀਂ, ਇਸ ਵੇਲੇ ਜਿਹੜੀ ਟੈਂਡਰ ਦਾ ਕੋਈ ਇੰਨੀ ਵੱਡੀ ਸਮੱਸਿਆ ਨਹੀਂ। ਐਜ਼ ਏ ਜਿਵੇਂ ਅਸੀਂ ਆਪਦੀ ਮੁਕਤਸਰ ਮੰਡੀ ਦੇਖਦੇ ਹਾਂ, ਜਿਹੜੀ ਸਮਝਣ ਵਾਲੀ ਗੱਲ ਹੈ ਸਰ, ਮੈਂ ਕਿਤੇ ਹੋਰ ਆਸੇ-ਪਾਸੇ ਤੁਹਾਡੇ ਨੇੜੇ ਤੇੜੇ ਕਿਤੇ ਹੋਵੇ? ਨਹੀਂ ਸਰ, ਸਾਡੇ ਡਿਸਟ੍ਰਿਕਟ 'ਚ ਹੈ ਨਹੀਂ ਜੀ ਕੋਈ। ਸਾਡੇ ਹੁਣ ਦੇਖਣ ਵਾਲੀ ਗੱਲ ਸਰ, ਮੇਨ ਤੁਸੀਂ ਮੁੱਦਾ FCI ਨੂੰ ਫੜਨ ਵਾਲਾ ਸਰ। FCI ਦੇ ਆਫੀਸਰਸ ਇੱਕ ਟਾਈਮ ਲਿਮਿਟ 'ਚ ਕੰਮ ਕਰਦੇ ਆ। 5 ਵਜੇ ਸੁਬਾਹ 8 ਵਜੇ ਸ਼ੁਰੂ ਕਰਦੇ, 5 ਵਜੇ ਗੋਦਾਮ ਬੰਦ ਕਰ ਦਿੰਦੇ। ਮੈਂ ਅੱਗੇ ਪਹਿਲਾਂ ਵੀ ਬੇਨਤੀ ਕਰ ਚੁੱਕਿਆ, ਇਹ ਬਹੁਤ ਵੱਡਾ ਆਪਰੇਸ਼ਨ ਹੈ ਸਰ। ਜਿਹੜੀ ਪ੍ਰੋਕਿਉਰਮੈਂਟ ਹੈ ਇਹ ਹੱਲੇ ਮੈਨੂੰ ਲੱਗਦਾ ਵੀ ਸਾਡੇ ਇਹ ਸਰਕਾਰਾਂ ਦੇ ਏਜੰਡੇ ਤੇ ਫਸਟ ਨੰਬਰ ਤੇ ਹੈ ਨਹੀਂ। ਇਹ ਬਹੁਤ ਵੱਡਾ ਆਪਰੇਸ਼ਨ ਹੈ ਸਰ। ਰੂਲਸ ਰੈਗੂਲੇਸ਼ਨਸ ਦੇ ਨਾਂ ਤੇ ਇਹ ਜਿਹੜੀ ਕਣਕ ਹੈ ਵੀ ਇਹਨੂੰ ਅੰਡਰਲੋਡ ਕਰਤਾ, ਨਾ ਚੱਕਣ ਦੀਆਂ ਹੀ ਗੱਲਾਂ ਹੈ, ਕਿਉਂਕਿ ਓਵਰਲੋਡ ਨੂੰ ਕੀ ਹੈ ਜੀ, ਕਣਕ ਚੱਕਣੀ ਹੈ, ਕਣਕ ਗਦਾਮਾਂ ਜਾਣੀ, ਜਿਹੜੀ ਗੱਲ ਚੀਮਾ ਸਾਹਿਬ, ਇੱਕ ਸੈਕਿੰਡ ਬੱਬੂ ਜੀ, ਜਿਹੜੀ ਗੱਲ ਚੀਮਾ ਸਾਹਿਬ ਕਹਿ ਰਹੇ ਨੇ ਲੇਬਰ ਦੀ ਪ੍ਰੋਬਲਮ ਵਾਲੀ, ਲੇਬਰ ਦੀ ਦਿੱਕਤ ਹੈ, ਵਾਕਿਆ ਹੀ ਹੈ ਸਰ। ਸੀਜ਼ਨ ਦੇ ਵਿੱਚ ਲੇਬਰ ਰੇਟ ਵੱਧ ਲੈ ਲੈਂਦੀ ਹੈ ਜੀ, ਕੋਈ ਦਿੱਕਤ ਨਹੀਂ ਆਉਂਦੀ। ਉਹਨਾਂ ਦੇ ਰੇਟ ਵੱਧ ਲੈਣੇ ਹੁੰਦੇ ਜੀ, ਆ ਰਹੀਆਂ ਲੇਬਰਾਂ। ਕਿਉਂਕਿ ਕੱਲ ਇੱਧਰ ਹੀ ਕਿਸੇ ਪਾਸੇ ਦੀ ਅਸੀਂ ਖਬਰ ਪੜ੍ਹ ਰਹੇ ਸੀ, ਮੈਂ ਹੀ ਖਬਰ ਪੜ੍ਹ ਰਿਹਾ ਸੀ, ਉਸ ਦੇ ਵਿੱਚ ਇਹ ਸੀਗਾ ਕਿ ਜੀ ਇਹ ਅਸੀਂ ਡਾਲਾ ਲੈਣੇ ਆ, ਇਹ ਸਾਨੂੰ ਡਾਲਾ ਨਹੀਂ ਦਿੰਦੇ। ਦੂਸਰੇ ਪਾਸੇ ਟਰਾਂਸਪੋਰਟਰਾਂ ਦੀ ਤੇ ਲੇਬਰ ਦੀ ਲੜਾਈ ਹੋ ਗਈ ਸੀ, ਸ਼ਾਇਦ ਅਬੋਹਰ ਦੀ ਖਬਰ ਸੀ, ਜਾਂ ਮੈਨੂੰ ਐਗਜ਼ੈਕਟ ਯਾਦ ਨਹੀਂ। ਜੀ ਉਹ ਕੀ ਰੌਲਾ ਸੀ, ਕੀ ਵਜ੍ਹਾ ਕੀ ਹੈ ਫਿਰ ਕੀ ਇਹਨਾਂ ਚੀਜ਼ਾਂ ਦਾ? ਮੈਂ ਇਹ ਪੁੱਛਣਾ ਚਾਹਣਾ ਤੁਹਾਨੂੰ ਕਿ ਕੀ ਇਸ ਤਰੀਕੇ ਦੀਆਂ, ਜਿਵੇਂ ਮੰਨ ਲਓ ਟਰਾਂਸਪੋਰਟਰ ਜਾਂ ਲੇਬਰ ਜਿਹੜੇ ਆਪਸ 'ਚ ਲੜ ਰਹੇ ਨੇ ਡਾਲੇ ਨੂੰ ਲੈ ਕੇ ਜਾਂ ਹੋਰ ਪਰਚੀਆਂ ਨੂੰ ਲੈ ਕੇ, ਕੀ ਇਹ ਚੀਜ਼ ਲਿਫਟਿੰਗ ਤੇ ਅਸਰ ਨਹੀਂ ਪਾਉਂਦੀ? ਸਰ ਡਾਲਾ ਕੀ ਹੈ, ਇੱਕ ਲੇਬਰ ਸ਼ੁਰੂ ਤੋਂ ਇਨਾਮ ਦੇ ਤੌਰ ਤੇ ਗੱਡੀ ਵਾਲੇ ਤੋਂ ਲੈਂਦੇ ਆ ਜੀ, ਰੁਪਈਆ 80 ਪੈਸੇ ਜੋ ਵੀ ਮੁੱਕ ਜਾਂਦਾ ਜੀ, ਉਹ ਟਰਾਂਸਪੋਰਟਰ ਇਸ ਵਾਰੀ ਕਹਿ ਰਿਹਾ ਮੈਂ ਦੇ ਰਿਹਾ। ਇਹ ਅੱਗੇ ਵੀ ਹੁੰਦਾ, ਅੱਗੇ ਬਹਿ ਕੇ ਸੌਟ ਆਊਟ ਹੋ ਜਾਂਦਾ ਜੀ। ਇੱਕ ਵਾਰੀ ਰੌਲਾ ਪੈਂਦਾ ਹਰ ਵਾਰੀ ਸੀਜ਼ਨ 'ਚ, ਲੇਬਰ ਉਹ ਸੀਜ਼ਨ ਕਰਕੇ ਕਹਿੰਦੇ ਅਸੀਂ ਲੈਣਾ, ਉਹ ਕਹਿੰਦੇ ਅਸੀਂ ਦੇਣਾ ਨਹੀਂ, ਹੋ ਜਾਂਦਾ ਸੌਟ ਆਊਟ ਸਰ। ਕੋਈ ਹੁੰਦੀਆਂ ਝਗੜੇ ਵੀ ਹੁੰਦੇ ਆ ਜੀ, ਹੋ ਜਾਂਦਾ ਸੌਟ ਆਊਟ ਸਰ। ਜਿਹੜਾ ਇਸ ਵੇਲੇ ਸਰ ਮੇਨ FCI ਨੂੰ ਕਾਬੂ ਕਰਨ ਵਾਲਾ ਕੰਮ ਹੈ। FCI ਨੂੰ ਭਾਵੇਂ ਬੇਨਤੀ ਕਰਕੇ, ਅਸੀਂ ਤਾਂ ਜਿਹੜੇ ਆਮ ਆੜ੍ਹਤੀ ਹੁੰਦੇ ਬੇਨਤੀ ਕਰਦੇ ਹੁੰਦੇ, ਪੋਲੀਟੀਕਲ ਬੰਦੇ ਡਰਾਉਂਦੇ ਹੁੰਦੇ ਆ, ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਕੇ ਕਹਿੰਦੇ ਹਾਂ, ਬੇਨਤੀ ਕਰਕੇ ਵੀ ਜਿਹੜਾ ਉਹ ਆਪਦਾ ਟਾਈਮ ਸ਼ਡਿਊਲ ਹੈ ਥੋੜਾ ਜਿਹਾ ਵਧਾਉਣ। ਜਿਹੜਾ ਹੁਣ ਵੇਖੋ, ਜਿਹੜਾ ਏਜੰਸੀ ਦਾ ਇੰਸਪੈਕਟਰ ਹੈ ਉਹ ਬੜਾ ਵੇਖ ਕੇ ਮਾਲ ਲੈਂਦਾ ਹੈਗਾ ਜੋ ਵੀ ਨੌਰਮਸ, ਲੇਕਿਨ ਰੱਬ ਨੇ ਉੱਤੋਂ ਮੀਂਹ ਪਾਤਾ, ਉਹਨੇ ਮੌਇਸਚਰ ਵੱਧ ਬੋਰੀ ਨੇ ਗੇਨ ਕਰ ਗਿਆ, ਉੱਥੋਂ ਵਾਪਸ ਕਰਦੇ ਆ, ਜੋ ਗਲਟ ਦਾ ਕਾਰਨ ਬਣ ਜਾਂਦਾ ਜੀ, ਸਾਰੀ ਲਿਫਟਿੰਗ ਰੁਕ ਜਾਂਦੀ ਹੈ ਜੀ। ਤੇ ਇੱਕ ਛੋਟੇ ਜਿਹੜੇ ਆਪਣੇ ਸਾਧਨ ਸੀ, ਟਰੈਕਟਰ ਟਰਾਲੀ, ਜਿੰਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਸਰ, ਉਹਨਾਂ ਨੂੰ ਵੀ ਪਰਮਿਸ਼ਨ ਦਿੱਤੀ ਜਾਵੇ ਓਵਰਲੋਡ 'ਚ ਜਿਹਨੂੰ ਹੈਗਾ, ਤੇ ਕੰਮ ਵਧੀਆ ਚੱਲ ਪੂ ਸਰ। ਗਲਟ ਵੱਜ ਗਿਆ ਜਦੋਂ ਸਰ, ਉਦੋਂ ਬਾਅਦ ਕਿਸੇ ਤੋਂ ਕੰਟਰੋਲ ਨਹੀਂ ਹੋਣਾ ਸਰ। ਇਹ ਅੱਜ 2-3 ਦਿਨ ਹੈਗੇ ਆ ਜਿਹੜਾ ਨਿਕਲ। ਰਵਨੀਤ ਬਰਾੜ ਜੀ, ਠੀਕ ਹੈ, ਜਿਸ ਤਰੀਕੇ ਨਾਲ ਬੱਬੂ ਜੀ ਕਹਿ ਰਹੇ ਸੀ ਜਾਂ ਚੀਮਾ ਜੀ ਕਹਿ ਰਹੇ ਨੇ, ਮਸਲਾ ਟਰਾਂਸਪੋਰਟਰ ਤੇ ਲੇਬਰ ਦਾ ਵੀ ਫਸ ਜਾਂਦਾ ਹੈ। ਲੜਾਈ ਦਾ ਮੈਂ ਜ਼ਿਕਰ ਕਰ ਰਿਹਾ ਸੀ, ਇੱਕ ਜਗ੍ਹਾ ਤੇ ਹੋਈ, ਉਹਨਾਂ ਨੇ ਕਿਹਾ ਕਿ ਡਾਲਾ ਮੰਗਦੇ ਆ, ਅਸੀਂ ਦੇਣਾ ਨਹੀਂ, ਇਸ ਤਰੀਕੇ ਦੇ। ਫਿਰ ਲੇਬਰ ਦੇ ਟੈਂਡਰ ਦਾ ਜ਼ਿਕਰ ਹੁੰਦਾ ਹੈ, ਟਰੈਕਟਰ ਟਰਾਲੀਆਂ ਨੂੰ ਰੋਕੇ ਜਾਣ ਦਾ ਜ਼ਿਕਰ ਹੁੰਦਾ ਕਿ ਉਹਨਾਂ ਨੂੰ ਢੋਆ ਢੁਆਈ ਦੇ ਵਿੱਚ ਨਹੀਂ ਲਾਉਣਾ। ਇਸ ਸਭ ਦੇ ਵਿੱਚ ਕਿਸਾਨ ਕਿੱਥੇ ਖੜਾ ਹੈ?
ਵਿਜੇਪਾਲ ਜੀ, ਇਹਦੇ ਵਿੱਚ ਕਿਸਾਨ ਨੂੰ ਜਿਹੜੀ ਅੱਜ ਦੀ ਮੇਰੀ ਗੱਲ ਹੋਈ ਹੈ ਜਿੰਨੀਆਂ ਮੰਡੀਆਂ ਦੇ ਵਿੱਚ ਇੱਕ ਦਿੱਕਤ ਆਉਣੀ ਸ਼ੁਰੂ ਹੋ ਗਈ। ਉਹਦੇ ਚ ਕੀ ਹੋਇਆ, ਕਿਸਾਨ ਨਾਲ ਭਿੜਨ ਲੱਗ ਗਿਆ, ਕਿਉਂਕਿ ਕਿਸਾਨ ਜਦੋਂ ਕਣਕ ਵੱਢ ਕੇ ਲਿਆਉਂਦਾ ਮੌਸਮ ਬਹੁਤ ਖਰਾਬ ਹੈ ਤੇ ਜਦੋਂ ਸਾਹਮਣੇ ਲਾਉਣ ਨੂੰ ਥਾਂ ਨਹੀਂ, ਉਹ ਕਹਿੰਦਾ ਵੀ ਧਾਂਗਾ ਲਾਓ। ਜਦੋਂ ਧਾਂਗ ਲਵਾਉਂਦੇ ਉਹ ਕਹਿੰਦੇ ਅਸੀਂ 2 ਰੁਪਏ ਜਾਂ 3 ਰੁਪਏ ਗੱਟਾ ਲੈਣਗੇ, ਉਹ ਦੇਊ ਕੌਣ? ਆੜ੍ਹਤੀਆ ਕਹਿੰਦਾ ਮੈਂ ਕਿੱਥੋਂ ਦੇਵਾਂ, ਜਾਂ ਜ਼ਿਮੀਂਦਾਰ ਕਹਿੰਦਾ ਮੈਂ ਕਿੱਥੋਂ ਦੇਵਾਂ। ਇੱਕ ਤਾਂ ਕਿਸਾਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੋਣ ਦੇ ਕਾਰਨ ਬਣ ਸਕਦਾ ਇਹ ਜਿਹੜਾ ਆਪਾਂ ਕਹਿੰਦੇ ਲਿਫਟਿੰਗ ਨਹੀਂ ਹੋ ਰਹੀ। ਦੂਸਰੀ ਇੱਕ ਮੇਰੀ ਗਰੇਵਾਲ ਸਾਹਿਬ ਨੂੰ ਸੁਜੈਸ਼ਨ ਹੈ ਵੀ ਜੇ ਸਰਕਾਰ ਮੰਨ ਸਕਦੀ ਹੈ ਤਾਂ ਕਿਉਂ ਨਾ ਤੁਸੀਂ ਜਿਹੜੀਆਂ ਕਿਸਾਨ ਜਦੋਂ ਉਹ ਆਪਦੀ ਆ ਕੇ ਕਣਕ ਲਾ ਲੈਂਦਾ ਤੇ ਉਦੋਂ ਬਾਅਦ ਉਹਦਾ ਟਰੈਕਟਰ ਟਰਾਲੀ ਫ੍ਰੀ ਹੁੰਦਾ, ਤੁਸੀਂ ਉਹ ਟਰੈਕਟਰ ਟਰਾਲੀਆਂ ਨੂੰ ਕਿਸੇ ਤੁਸੀਂ ਦੇਖੋ ਜੀ ਲੋਕਲ ਲੈਵਲ ਤੇ ਬੜੇ ਕੰਮ ਹੋ ਜਾਂਦੇ, ਕਈ ਵਾਰੀ ਪਹਿਲਾਂ ਵੀ ਹੋਇਆ ਮੰਡੀਆਂ ਦੇ ਵਿੱਚ, ਉਹਨਾਂ ਨੂੰ ਕੁਝ ਕਿਰਾਇਆ ਭਾੜਾ ਦੇ ਕੇ ਉਹ ਕਿਸਾਨ ਤਿਆਰ ਹੁੰਦਾ ਵੀ ਉਹਦੀ ਜੇ ਟਰਾਲੀ ਭਰੀ ਜਾਵੇ ਤੇ ਉਹ ਜਿੱਥੇ ਗੋਦਾਮ ਤੇ ਕਹੋਗੇ ਉੱਥੇ ਜਾ ਕੇ ਲਾ ਆਊਗਾ। ਇਹ ਇੱਕ ਨੁਕਤਾ ਅਪਣਾਇਆ ਜਾ ਸਕਦਾ ਜਦੋਂ ਕਿਤੇ ਲਿਫਟਿੰਗ ਅੜ ਜੇ। ਕਾਫੀ ਵਾਰ ਮੰਡੀਆਂ ਦੇ ਵਿੱਚ ਇਹ ਅਪਣਾਇਆ ਗਿਆ। ਤੀਸਰੀ ਗੱਲ ਵਿਜੇਪਾਲ ਜੀ, ਇੱਕ ਗੱਲ ਆਪਾਂ ਨੂੰ ਸੋਚਣੀ ਵਿਚਾਰਨੀ ਪੈਣੀ ਹੈ। ਦੇਖੋ ਮੁੱਦੇ ਤੋਂ ਥੋੜਾ ਜਿਹਾ ਹਟ ਕੇ ਹੈ, 70 ਸਾਲ ਹੋ ਗਏ ਜੀ ਆਪਾਂ ਕਣਕ ਜਾਂ ਇਹ ਚੀਜ਼ਾਂ ਪ੍ਰੋਡਿਊਸ ਕਰਦੇ ਹੋਏ। ਕੀ 70 ਸਾਲਾਂ ਦੇ ਵਿੱਚ ਜੇ ਆਪਾਂ 1 ਰੁਪਿਆ ਬੋਰੀ ਦਾ ਵੀ ਲਾਉਂਦੇ ਨਾ, ਸਰਕਾਰ ਦਿੰਦੀ ਜਾਂ ਭਾਵੇਂ ਕਿਸੇ ਤੋਂ ਲੈਂਦੇ, ਅੱਜ ਪੱਕੇ ਸ਼ੈੱਡ ਹੋਣੇ ਸੀ ਸਾਰੀਆਂ ਮੰਡੀਆਂ ਦੇ ਵਿੱਚ ਤੇ ਆਪਾਂ ਨੂੰ ਇਹ ਦਿੱਕਤਾਂ ਹੀ ਨਹੀਂ ਆਉਣੀਆਂ ਸੀ। ਕਿਸਾਨ ਦੀ ਜੇ ਫਸਲ 5-7 ਦਿਨ ਪਈ ਵੀ ਰਹਿੰਦੀ ਤਾਂ ਉਹਨੇ ਕਿਸੇ ਤਰ੍ਹਾਂ ਉਹਨੂੰ ਐ ਨਹੀਂ ਲੱਗਣਾ ਮੇਰੀ ਫਸਲ ਖਰਾਬ ਹੋ ਰਹੀ ਹੈ। ਸੋ ਇਹ ਚੀਜ਼ਾਂ ਵੀ ਵਿਚਾਰਨੀਆਂ ਪੈਣੀਆਂ ਕਿਤੇ ਵੀ ਉਹ ਕਾਰਨ ਜਿਹੜਾ ਇਨਫਰਾਸਟ੍ਰਕਚਰ ਨਹੀਂ ਬਣਿਆ ਉਹ ਕੀ ਉਹਦੇ ਪਿੱਛੇ ਕਾਰਨ ਹੈ। ਇੱਕ ਗਰੇਵਾਲ ਸਾਹਿਬ ਨੂੰ ਇੱਕ ਹੋਰ ਮੇਰੀ ਇੱਕ ਮੇਰਾ ਕੁਐਸਚਨ ਹੈ ਜੀ ਗਰੇਵਾਲ ਸਾਹਿਬ ਨੂੰ। ਇੱਕ ਸਰ ਨਸ਼ਹਿਰਾ ਸਿੰਘ ਹੈਗਾ ਜੀ, ਨਸ਼ਹਿਰਾ ਮੱਝਾ ਸਿੰਘ, ਉੱਥੇ ਸਿੱਧੀਆਂ ਡਾਇਰੈਕਸ਼ਨਸ ਦੇਤੀਆਂ ਵੀ ਤੁਸੀਂ ਸਾਰਾ ਮਾਲ ਸਾਈਲੋਸ ਨੂੰ ਦਿਓ, ਤੁਸੀਂ ਕਿਸੇ ਵੀ ਏਜੰਸੀ ਨੂੰ ਨਹੀਂ ਦੇਣਾ। ਉਹ ਗਰੇਵਾਲ ਸਾਹਿਬ ਆਪਾਂ ਪਹਿਲਾਂ ਹੀ ਤਾਂ ਇਹਦੇ ਪਿੱਛੇ ਲੜਾਈ ਲੜ ਕੇ ਆਏ, ਜਿਹੜੇ ਫਾਰਮ ਬਿੱਲ ਸੀ। ਜੇ ਸਰਕਾਰ ਸਿੱਧੀਆਂ ਇੰਸਟਰਕਸ਼ਨਸ ਦੇਣ ਲੱਗ ਜੂਗੀ ਤਾਂ ਕਿਤੇ ਨਾ ਕਿਤੇ ਜਿਹੜੇ ਆਪਾਂ ਇਹ ਜਿਹੜੇ ਫਾਰਮ ਬਿੱਲ ਸੀਗੇ, ਜਿਹੜੇ ਬਲੈਕ ਲਾਅਸ ਕਹਿੰਦੇ ਸੀ, ਉਹ ਲਾਗੂ ਕਰਨ ਦੇ ਤਰੀਕੇ ਤਾਂ ਨਹੀਂ ਸੈਂਟਰ ਅਪਣਾ ਰਹੀ ਪੰਜਾਬ ਸਰਕਾਰ ਦੇ ਥਰੂ। ਇਹਦੇ ਤੇ ਵੀ ਵਿਚਾਰ ਕਰਨਾ ਪਊਗਾ ਜੀ ਆਪਾਂ ਨੂੰ। ਗਰੇਵਾਲ ਸਾਹਿਬ ਜਵਾਬ ਦੇ ਦਿਓ ਜੀ। 2-3 ਚੀਜ਼ਾਂ ਜਿਹੜੇ 2-3 ਪੁਆਇੰਟ ਇਹਨਾਂ ਨੇ ਚੱਕੇ ਨੇ ਹਨਾ, ਤੁਸੀਂ ਨੋਟ ਕਰ ਲਏ ਹੋਣੇ ਆ, ਮੈਂ ਰਿਪੀਟ ਨਹੀਂ ਕਰੂੰਗਾ ਜੀ। ਕਰ ਲੈ ਸਰ। ਦੇਖੋ ਕਲਾਈਮੇਟ ਚੇਂਜ ਇੱਕ ਸੱਚ ਹੈ। ਜਿਹੜੀ ਲਿਫਟਿੰਗ ਤੇ ਖਰੀਦ ਹੋਣੀ ਹੈ, ਜਦੋਂ ਤੁਹਾਡੀ ਪਰਚੀ ਆ ਗਈ, ਪੈਸੇ ਤੁਹਾਡੇ ਖਰੇ ਹੋ ਗਏ, ਉਹ ਪੱਕਾ ਪਤਾ ਸਾਨੂੰ ਪਤਾ ਪ੍ਰਾਇਰਟੀ ਹੈ ਕਿਸਾਨ ਤੇ ਜਿਹੜਾ ਵਿਚਾਰਾ ਜਾਨ ਆ ਰਿਹਾ। ਬੜੀ ਬਦਕਿਸਮਤੀ ਗੱਲ ਹੈ ਬਰਾੜ ਸਾਹਿਬ, ਕਿਉਂਕਿ ਬਾਈ ਇਲੈਕਸ਼ਨ ਹੈ, ਅਸੀਂ ਫਿਰ ਰਹੇ ਹਾਂ, ਮੈਂ ਮੰਡੀਆਂ 'ਚ ਦੇਖ ਰਹੇ ਹਾਂ, ਜੋ ਵੀ ਕੋਈ ਚੀਜ਼ ਪ੍ਰੋਬਲਮ ਆਉਂਦੀ ਹੈ, ਬਹੁਤ ਸੋਹਣਾ ਸੁਜੈਸ਼ਨ ਦਿੱਤਾ ਬਰਾੜ ਸਾਹਿਬ ਨੇ ਕਿ ਜੇ ਜ਼ਿਮੀਂਦਾਰ ਦੀ ਟਰਾਲੀ ਵਿਹਲੀ ਖੜੀ ਹੈ ਉਹਨੂੰ ਕੰਮ ਲਾ ਲਓ, ਨਾਲੇ ਉਹਨੂੰ 4 ਪੈਸੇ ਬਣ ਜਾਣਗੇ, ਨਾਲੇ ਹੋ ਜਾਊਗਾ ਜੀ। 3 ਵਾਰੀ ਫਸਲ ਪ੍ਰੋਕਿਓਰ ਕੀਤੀ ਹੈ, ਇਹ ਮੈਂ ਸੁਜੈਸ਼ਨ ਵਾਅਦਾ ਕਰਦਾ ਮੈਂ ਅੱਗੇ ਕਰੂੰਗਾ। 3 ਵਾਰੀ ਫਸਲ ਪ੍ਰੋਕਿਓਰ ਕੀਤੀ ਹੈ ਐਂਡ ਵਾਹ ਲਾ ਕੇ ਕਰਾਂਗੇ। FCI ਦੀ ਗੱਲ ਸਮਝੋ ਜੀ, FCI ਨੂੰ ਅੱਜ ਦੀ ਡੇਟ 'ਚ ਕਣਕ ਦੀ ਲੋੜ ਹੈ। FCI ਤਾਂ ਬਿੰਗੀ ਹੋ ਟੇਢੀ ਹੋ। ਜਿਹੜਾ ਨਸ਼ਹਿਰਾ ਮੱਝਾ ਸਿੰਘ ਵਾਲੀ ਇਹਨਾਂ ਨੇ ਗੱਲ ਕੀਤੀ ਹੈ, ਉਹ ਮੈਨੂੰ ਜ਼ਿਲ੍ਹਾ ਤੇ ਪਲੀਜ਼ ਤਹਿਸੀਲ ਦੱਸ ਦਿਓ, ਮੈਂ ਪੱਕਾ ਉਹਦੇ 'ਚ ਮੈਂ ਚੈੱਕ ਕਰੂੰਗਾ। ਸਾਡਾ ਸਰ ਮਕਸਦ ਕੀ ਹੈ ਸਮਝੋ, ਸਾਡਾ ਮਕਸਦ ਇਹ ਹੈ ਕਿ ਪਹਿਲੀ ਗੱਲ ਕਿਸਾਨ ਦਾ ਪੈਸਾ ਫਟਾਫਟ ਉਹਦੇ ਹੱਥ ਜਾਵੇ। ਬਿਲਕੁਲ ਹੋ ਸਕਦੀਆਂ ਸੀ ਸਰ, ਬਿਲਕੁਲ ਹੋ ਸਕਦੀਆਂ ਸੀ, ਮੰਡੀਆਂ ਪੱਕੀਆਂ ਹੋ ਸਕਦੀਆਂ ਸੀ, ਸ਼ੈੱਡ ਬਣ ਸਕਦੇ ਸੀ, ਪਰ ਕਿਸੇ ਨੇ ਪਰਵਾਹ ਨਹੀਂ। ਇਨਫਰਾਸਟ੍ਰਕਚਰ ਦੀ ਕਮੀ ਤੇ ਹੈ ਹੀ, ਇਹ ਤੇ ਮੰਨਣਾ ਪਏਗਾ ਗਰੇਵਾਲ ਸਾਹਿਬ, ਹੈ ਹੀ ਨਹੀਂ। ਇਨਫਰਾਸਟ੍ਰਕਚਰ ਜੇ ਅੱਜ ਸ਼ੈੱਡ ਹੋਣ ਤਾਂ ਘੱਟੋ ਘੱਟ ਮੰਡੀ 'ਚ ਲਿਆ ਕੇ ਰੱਖਤਾ ਤਾਂ ਫਿਰ ਮੌਸਮ ਤੋਂ ਤਾਂ ਘੱਟੋ ਘੱਟ ਡਰਨ ਦੀ ਲੋੜ ਨਹੀਂ। ਬਾਕੀ ਚੀਜ਼ਾਂ ਨਾਲ ਤੇ ਬੰਦਾ ਮਸਲੇ ਹੱਲ ਕਰ ਲੈਂਦਾ, ਲੜ ਵੀ ਲੈਂਦੇ ਹੋ, ਪਰ ਮੌਸਮ ਅੱਗੇ ਤਾਂ ਫਿਰ ਵਾਹ ਹੀ ਨਹੀਂ ਚੱਲਦੀ। ਬਰਾੜ ਸਾਹਿਬ ਉਹੀ ਤਾਂ ਰੋਣਾ ਕਿ ਪਰਵਾਹ ਹੀ ਨਹੀਂ, ਸੋਚਿਆ ਹੀ ਨਹੀਂ ਇਹਨਾਂ ਨੇ, ਸੋਚਿਆ ਹੀ ਨਹੀਂ। ਹਰਿਤ ਕ੍ਰਾਂਤੀ ਆ ਗਈ, ਬੱਲੇ ਬੱਲੇ ਹੋ ਗਈ ਜੀ, ਪਾਣੀ ਬਚਾ ਲਿਆ ਜੀ, ਫਲਾਣਾ ਕਰ ਲਿਆ ਜੀ। ਇੱਧਰ ਤਾਂ ਸੋਚਿਆ ਹੀ ਨਹੀਂ ਕਿ ਜਿਹੜਾ ਵਿਚਾਰਾ ਮਰ ਕੇ ਸਾਲ 'ਚ 12 ਮਹੀਨੇ ਮਰ ਕੇ ਸਾਨੂੰ ਰੋਟੀ ਖਵਾ ਰਿਹਾ, ਉਹਦੀ ਸੇਫਟੀ ਕਰਦੀ ਹੈ। ਪਰ ਇੱਕ ਸਾਡਾ ਵਾਅਦਾ ਹੈ ਜੀ, ਸਾਡਾ ਵਾਅਦਾ ਪਹਿਲੀ ਗੱਲ ਜਿਹੜਾ ਡਿਫਰੈਂਸ ਹੈ ਅਸੀਂ ਦੇ ਰਹੇ ਹਾਂ, ਰੁਪਈਆ ਮਿਲੂ। ਦੂਜੀ ਗੱਲ ਦਾਣਾ ਦਾਣਾ ਚੱਕਾਂਗੇ। ਤੀਜੀ ਗੱਲ ਜਿਹੜਾ ਤੁਹਾਨੂੰ ਇਹ ਮੁਹਤਾਜ ਕਰਨ ਦੀ ਕੋਸ਼ਿਸ਼ ਹੈ ਨਾ ਕਿ ਅਸੀਂ ਖਰੀਦਾਂਗੇ ਤਾਂ ਤੁਸੀਂ ਵੇਚ ਪਾਓਗੇ, ਏਦਾਂ ਹੋਊਗਾ। ਇਸ ਚੰਗਲ ਚੋਂ ਪੰਜਾਬ ਦੇ ਕਿਸਾਨ ਨੂੰ ਛਡਾਉਣਾ ਸਾਡੀ ਡਿਊਟੀ ਹੈ। ਮੋਸਟ ਇੰਪੋਰਟੈਂਟਲੀ ਜਿਹੜੀ ਵੀ ਕੋਈ ਕਮੀ ਇੱਥੇ ਪੁਆਇੰਟ ਆਊਟ ਕਰੀ ਗਈ ਹੈ, ਮੈਂ FCI ਦਾ ਸਮਝੋ ਜੀ, FCI ਨੂੰ ਅਸੀਂ ਸਿੱਧਾ ਕਵਾਂਗੇ ਕਿ ਦੇਖੋ ਜੀ ਅਸੀਂ ਦਵਾਂਗੇ ਤਾਂ ਤੁਸੀਂ ਲਓਗੇ, ਨਹੀਂ ਤਾਂ ਅਸੀਂ ਭਾਵੇਂ ਸੁਪਰੀਮ ਕੋਰਟ ਜਾਈਏ, ਜਿੱਥੇ ਮਰਜ਼ੀ ਜਾਈਏ, ਸਾਨੂੰ ਓਪਨ ਮਾਰਕੀਟ 'ਚ ਵੇਚਣ ਦਿਓ। ਜੇ ਇੰਟਰਨੈਸ਼ਨਲ ਮਾਰਕੀਟ 'ਚ ਜੇ ਤੁਸੀਂ ਇਹ ਕਹਿ ਰਹੇ ਹੋ ਅਸੀਂ ਦੇਸ਼ ਦੇ ਖਿਲਾਫ ਨਹੀਂ,
ਪਰ ਜੇ ਸਾਡੇ ਕਿਸਾਨ ਦਾ ਤੁਸੀਂ ਹੱਕ ਮਾਰਦੇ ਹੋ, ਤੁਸੀਂ ਉਹਦੇ ਨਾਲ ਐਕਟ ਅਪ ਕਰਦੇ ਹੋ ਕਿ FCI ਦੇ ਅਫਸਰ ਕਰਨਗੇ ਨਹੀਂ ਕਰਨਗੇ, ਮੈਂ ਸੱਚ ਕਹਿ ਰਿਹਾ, ਸੱਚੀ ਗੱਲ ਕਹਿ ਰਹੇ ਹੈ। ਮੈਂ ਮੰਡੀ ਦੇਖ ਕੇ ਆਇਆ FCI ਦੇ ਤਾਂ ਹਾਂ ਉਹਨਾਂ ਦੀ ਡਿਊਟੀ ਨੂੰ ਲੈ ਕੇ, ਡਿਊਟੀ ਆਵਰਸ ਨੂੰ ਲੈ ਕੇ ਸਵਾਲ ਨੇ ਕਿ ਉਹ 8 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਦੇ। ਚੌਧਰੀ ਨੇ, ਉਹ ਤਾਂ ਚੌਧਰੀ ਨੇ, ਉਹ ਤਾਂ ਇਹ ਸੋਚਦੇ ਆ ਕਿ ਅਸੀਂ ਤਾਂ ਆਪਣੀ ਮਰਜ਼ੀ ਦਾ, ਸਾਡੇ ਤੇ ਆਸਾਨ ਤੇ ਪਲਦੇ ਹੋਏ ਭੁੱਲ ਜਾਂਦੇ ਆ ਕਿ ਤੁਹਾਡੇ ਜਿਹੜੇ ਸਿਆਸੀ ਆਕਾ ਨੇ ਉਹ ਤਾਂ ਇਹ ਜਿੱਤ ਪਾਉਂਦੇ ਆ ਕਿਉਂਕਿ ਇਹ ਕਿਸਾਨ ਦੇ ਰਿਹਾ। ਸੋ FCI ਪੰਜਾਬ ਦੀਆਂ ਪਰ ਨੇ, ਪੰਜਾਬ ਦੀਆਂ ਏਜੰਸੀਆਂ ਜਿੱਥੇ FCI ਦੀ ਘਾਟ ਹੈ ਉੱਥੇ ਪੰਜਾਬ ਦੀ ਏਜੰਸੀ ਜਾਊਗੀ ਐਂਡ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਨੂੰ ਬੇਨਤੀ ਕਰੂੰਗਾ ਪਲੀਜ਼ ਪੁਆਇੰਟ ਆਊਟ ਕਰੋ, ਬਿਨਾਂ ਕਹੇ ਪਹੁੰਚਣਗੇ ਕਟਾਰੂ ਚੱਕ ਸਾਹਿਬ ਇਜ਼ ਔਨ ਦ ਜੌਬ। ਇਹ ਮੈਨੂੰ ਕੌਨਫੀਡੈਂਸ ਹੈ ਸਰ, ਮੈਨੂੰ ਕੌਨਫੀਡੈਂਸ ਹੈ। ਚੀਮਾ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ। ਚੀਮਾ ਸਾਹਿਬ ਬਰਾੜ ਸਾਹਿਬ, ਮੈਂ ਇਹਦੇ 'ਚ ਇੱਕ ਗੱਲ ਕਹਿਣੀ ਚਾਹੂੰਗਾ। ਤੁਹਾਡਾ ਵੀਡੀਓ ਚਲਾ ਗਿਆ ਸ਼ਾਇਦ, ਕੁਝ ਤੁਸੀਂ ਕਲਿੱਕ ਮੇਰਾ ਵੀਡੀਓ ਆਉਣਾ ਸ਼ੁਰੂ ਹੋ ਜਾਊਗਾ, ਮੈਂ ਆਵਾਜ਼ ਨਾਲ ਹੀ ਗੱਲ ਕਰ ਰਿਹਾ ਜੀ। ਮੇਰਾ ਵੀਡੀਓ 1 ਮਿੰਟ ਆ ਜਾਂਦਾ ਜੀ। ਹਾਂਜੀ ਹਾਂਜੀ। ਮੈਂ ਇੱਥੇ ਇੱਕ ਗੱਲ ਕਹਿਣੀ ਚਾਹੂੰਗਾ ਹਾਂਜੀ, ਕਿ ਦੋ ਚੀਜ਼ਾਂ ਇਹਦੇ 'ਚ ਸਮਝਣ ਵਾਲੀਆਂ ਹੈ। ਅੱਜ ਜੇ ਤੁਸੀਂ ਮੰਡੀਆਂ ਦੇ ਵਿੱਚ ਜਾ ਕੇ ਪਤਾ ਕਰੋਗੇ ਕਿ ਇਹਦੀ ਲਿਫਟਿੰਗ ਪਹਿਲੇ ਦਿਨ ਤੋਂ ਹੀ ਹੋ ਰਹੀ ਹੈ, ਕਿਉਂਕਿ ਮੇਰੇ ਖੰਨਾ ਮੰਡੀ ਦੇ ਵਿੱਚ ਮੇਰੇ ਜਿਹੜੇ ਆਲੇ ਦੁਆਲੇ ਦੀਆਂ ਮੰਡੀਆਂ ਮੈਂ ਵੇਖ ਰਿਹਾ, ਪਰ ਜਿਹੜੀਆਂ ਸਟੇਟ ਗਵਰਨਮੈਂਟ ਦੀਆਂ ਏਜੰਸੀਆਂ ਉਹਨਾਂ ਦੀ ਲਿਫਟਿੰਗ ਪ੍ਰੋਪਰ ਨਹੀਂ ਹੋ ਪਾ ਰਹੀ। ਇਸ ਕਰਕੇ ਸਟੇਟ ਗਵਰਨਮੈਂਟ ਨਹੀਂ, ਪਰ ਚੀਮਾ ਸਾਹਿਬ ਉਹ ਆੜਤੀ ਕਹਿ ਰਹੇ ਨੇ, ਨਾਲ ਹੀ ਬੈਠੇ ਨੇ, ਉਹ ਕਹਿ ਰਹੇ ਨੇ ਕਿ FCI ਦੇ ਅਧਿਕਾਰੀ 8 ਘੰਟੇ ਤੋਂ ਬਾਅਦ ਰੁਕਦੇ ਨਹੀਂ। ਉਹ ਤਾਂ ਮੰਗ ਰਹੇ ਆ ਜੀ, ਕਮਿਟਮੈਂਟ ਮੰਗ ਰਹੇ ਆ, ਪਤਾ ਕਿੰਨੇ ਸਟੇਟ ਏਜੰਸੀਆਂ ਲਿਆਓ। ਗਰੇਵਾਲ ਸਾਹਿਬ ਮੰਗ ਰਹੇ ਆ। ਗਰੇਵਾਲ ਸਾਹਿਬ ਗੱਲ ਸੁਣੋ, ਗੱਲ ਕਰ ਲਿਓ ਤੁਸੀਂ। ਬਰਾੜ ਸਾਹਿਬ, ਮੈਂ ਜਿਹੜੀ ਗੱਲ ਕਹਿ ਰਿਹਾ, FCI ਜਿਹੜੀ ਪ੍ਰੋਕਿਉਰਮੈਂਟ ਕਰ ਰਹੀ ਹੈ ਹਾਂਜੀ ਏਜੰਸੀ, ਉਹ ਸਾਰੀ ਉਹਦੀ ਨਾਲ ਦੀ ਨਾਲ ਲਿਫਟਿੰਗ ਵੀ ਹੋਈ ਜਾ ਰਹੀ ਹੈ ਤਕਰੀਬਨ। ਪਰ ਜਿਹੜੀਆਂ ਸਾਡੀਆਂ ਸਟੇਟ ਦੀਆਂ ਏਜੰਸੀ ਪ੍ਰੋਕਿਉਰਮੈਂਟ ਕਰ ਰਹੀਆਂ ਉਹਨਾਂ ਦੀ ਲਿਫਟਿੰਗ, ਕਿਉਂਕਿ ਉਹਨਾਂ ਨੇ ਆਪਣੇ ਗੋਦਾਮਾਂ ਦੇ ਵਿੱਚ ਵੀ ਕਣਕ ਰੱਖਣੀ ਹੁੰਦੀ ਹੈ, ਜਿਹੜੇ ਪੰਸਪ ਦੇ ਜਾਂ ਹੋਰ ਸਾਡੇ ਸਰਕਾਰੀ ਸਟੇਟ ਗਵਰਨਮੈਂਟ ਦੇ ਗੋਦਾਮ ਨੇ ਉੱਥੇ ਵੀ ਕਣਕ ਰੱਖੀ ਜਾਣੀ ਹੈ, ਉਸ ਤੋਂ ਬਾਅਦ ਉਹ ਅੱਗੇ ਜਾਂਦੀ ਹੈ। ਸੋ ਇਹ ਜਿਹੜੀ ਇੱਥੇ ਪ੍ਰੋਬਲਮ ਆ ਰਹੀ ਹੈ, ਉਹ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਉਹ ਪ੍ਰੋਪਰ ਲਿਫਟਿੰਗ ਨਹੀਂ ਕਰ ਪਾ ਰਹੀਆਂ। ਤੇ ਦੂਜੀ ਗੱਲ ਮੈਂ ਇੱਥੇ ਇੱਕ ਜ਼ਰੂਰ ਕਹਿਣੀ ਚਾਹੂੰਗਾ, ਕਿਉਂਕਿ ਕੁਝ ਦਿਨ ਪਹਿਲਾਂ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਸੀ ਕਿ ਜਦੋਂ ਕੇਂਦਰ ਸਾਡੇ ਤੋਂ ਅਨਾਜ ਲੈਣ ਆਊਗਾ ਨਾ, ਫਿਰ ਅਸੀਂ ਉਹਦੀਆਂ ਲੇਲੜੀਆਂ ਕਢਾਵਾਂਗੇ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਤੇ ਅੱਜ ਵੀ ਗਰੇਵਾਲ ਸਾਹਿਬ ਦੀ ਵੀ ਉਹੀ ਲਾਈਨ ਹੈ ਕਿ ਉਹ ਕਿਤੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਨਾ ਕਰਾ ਦਿਓ। ਪੰਜਾਬ ਦੇ ਤੇ ਹਰਿਆਣੇ ਦੇ ਵਿੱਚੋਂ ਪ੍ਰੋਕਿਉਰਮੈਂਟ ਇਸ ਕਰਕੇ ਸੈਂਟਰ ਦੀ ਸਰਕਾਰ ਕਰਦੀ ਹੈ ਕਿਉਂਕਿ ਅਸੀਂ ਹਰੀ ਕ੍ਰਾਂਤੀ 'ਚ ਦੇਸ਼ ਦਾ ਢਿੱਡ ਭਰਿਆ ਸੀ ਪੰਜਾਬ ਨੇ। ਅੱਜ ਜਿਹੜੀ ਸਾਡੇ ਹਿੰਦੁਸਤਾਨ ਦੀ ਜਿਹੜੀ ਪੋਜੀਸ਼ਨ ਹੈ, ਹਰ ਸੂਬਾ ਸਾਡੇ ਤੋਂ, ਅੱਜ ਯੂਪੀ ਵੇਖ ਲਓ, ਪੰਜਾਬ ਤੇ ਹਰਿਆਣੇ ਤੋਂ 4 ਗੁਣਾ ਜ਼ਿਆਦਾ ਕਣਕ ਪੈਦਾ ਕਰ ਰਿਹਾ ਹੈ, ਮੱਧ ਪ੍ਰਦੇਸ਼ ਪੰਜਾਬ ਤੋਂ ਜ਼ਿਆਦਾ ਕਣਕ ਪੈਦਾ ਕਰ ਰਿਹਾ ਹੈ। ਤੁਸੀਂ ਇਹ ਗੱਲਾਂ ਕਿਉਂ ਕਰਦੇ ਹੋ? ਕਿਉਂ ਪੰਜਾਬ ਨੂੰ ਨੁਕਸਾਨ ਵਾਲੇ ਪਾਸੇ ਲੈ ਕੇ ਜਾ ਰਹੇ ਹੋ? ਯਾਰ, ਸਾਡਾ ਪੰਜਾਬ ਹਿੰਦੁਸਤਾਨ ਦਾ ਹਿੱਸਾ ਹੈ। ਅਸੀਂ ਗੱਲ ਇਸ ਪਾਸੇ ਨੂੰ ਨਾ ਕਰੀਏ ਕਿ ਅਸੀਂ ਇਹਨਾਂ ਨੂੰ ਦਾਣਿਆਂ ਦੀ ਲੋੜ ਹੈ, ਇਹਨਾਂ ਨੂੰ। ਅਸੀਂ ਕਿਸਾਨ ਦੀ ਗੱਲ ਕਰੀਏ, ਸਿਸਟਮ ਦੀ ਗੱਲ ਕਰੀਏ, ਜਿਹੜੇ ਸਿਸਟਮ 'ਚ ਤੁਹਾਡੇ 'ਚ ਪ੍ਰੋਬਲਮ ਹੈ, ਅਸੀਂ ਉਸ ਨੂੰ ਸੁਧਾਰਨ ਵਾਲੇ ਪਾਸੇ ਨੂੰ ਕਿਉਂ ਨਹੀਂ ਤੁਰਦੇ? ਅੱਜ ਜੇ ਤੁਸੀਂ ਕਿਸਾਨ ਮੰਡੀ 'ਚ ਫਸਲ ਲੈ ਕੇ ਆਉਂਦਾ ਟਰਾਲੀ ਤੇ, ਚੀਮਾ ਜੀ ਤੁਸੀਂ ਕਹਿ ਰਹੇ ਹੋ ਵੀ FCI ਠੀਕ ਲਿਫਟਿੰਗ ਕਰ ਰਹੀ ਹੈ, ਸਟੇਟ ਏਜੰਸੀਆਂ ਨਹੀਂ ਕਰ ਰਹੀਆਂ, ਇਹੀ ਹੈ ਨਾ? ਆਪਾਂ ਇੱਕ ਸੈਕਿੰਡ, ਬੱਬੂ ਜੀ ਬੈਠੇ, ਆਪਾਂ ਬੱਬੂ ਜੀ ਬੈਠੇ ਨੇ, ਰਵਨੀਤ ਬਰਾੜ ਸਾਹਿਬ ਬੈਠੇ ਨੇ, ਪੁੱਛ ਲੈਣੇ। ਹਾਂਜੀ ਸਰ। ਬੱਬੂ ਜੀ ਤੁਹਾਡੇ ਤੋਂ ਮੈਂ ਆ ਰਿਹਾ, 1 ਸੈਕਿੰਡ ਆ ਰਿਹਾ ਚੀਮਾ ਸਾਹਿਬ, 1 ਸੈਕਿੰਡ ਆ ਰਿਹਾ। ਬੱਬੂ ਜੀ ਮਾੜਾ ਜਿਹਾ ਜਵਾਬ ਦਿਓ ਕਿ ਪੰਜਾਬ ਦੀਆਂ ਏਜੰਸੀਆਂ ਖਰੀਦ ਨਹੀਂ ਕਰ ਰਹੀਆਂ ਜਾਂ FCI ਦਾ ਪੰਗਾ ਹੈ? ਕਿੱਥੇ ਗੱਲ ਫਸੀ ਵੀ ਹੈ? ਜੇ ਪੰਜਾਬ ਦੀਆਂ ਏਜੰਸੀਆਂ ਸਹੀ ਕਰਦੀਆਂ, ਪੰਗਾ ਸੋਲਵ ਹੁੰਦਾ ਸਰ। ਇਹਦੇ 'ਚ ਇੱਕ ਬੜੀ ਟੈਕਨੀਕਲ ਗੱਲ ਹੈ, ਜਿਹੜੀਆਂ ਪੰਜਾਬ ਦੀਆਂ ਏਜੰਸੀਆਂ ਔਨ ਦਾ ਬਿਹਾਫ ਆਫ FCI ਪਰਚੇਜ ਕਰਦੀਆਂ ਪਈਆਂ ਸਰ, ਔਰ FCI ਨੇ ਉਹਨਾਂ ਨੂੰ ਕਹਿਤਾ ਵੀ ਸਾਨੂੰ ਡਾਇਰੈਕਟ ਡਿਲੀਵਰੀ ਦਿਓ, ਤੁਸੀਂ ਆਪਦੇ ਗਡਾਊਨ 'ਚ ਨਹੀਂ ਲਗਾ ਸਕਦੇ। ਸਿਰਫ ਜਿਨ੍ਹਾਂ ਕੋਲ ਕਵਰਡ ਗਡਾਊਨ ਹੈ, ਏਜੰਸੀਜ਼ ਜਿਵੇਂ ਮਾਰਕਫੈਡ ਜਾਂ ਵੇਅਰ ਹਾਊਸ ਹੈ, ਉਹ ਲਗਾ ਸਕਦੇ ਆ। ਜਿਵੇਂ ਪਨਗ੍ਰੇਨ ਤੇ ਪਨਸਪ, ਇਹਨਾਂ ਕੋਲ ਤਾਂ ਕਵਰਡ ਗਡਾਊਨ ਹੀ ਹੈ ਨਹੀਂ, ਤੁਸੀਂ ਸਾਨੂੰ ਡਾਇਰੈਕਟ ਡਿਲੀਵਰੀ ਦਿਓ। ਬਿਲਕੁਲ ਸਾਰੇ ਇਹਨਾਂ ਕੋਲ ਪਲੰਥਾ ਨਹੀਂ। ਉਹਨਾਂ ਏਜੰਸੀ ਹਾਂ ਨਹੀਂ ਸਰ, ਓਪਨ ਪਲੰਥਾ ਤਾਂ ਲਾਉਣਾ ਹੀ ਨਹੀਂ ਨਾ ਜੀ, ਉਹਨਾਂ ਨੇ ਨਾ ਕਰਤੀ। ਓਪਨ ਪਲੰਥਾ ਲਾ ਨਹੀਂ ਸਕਦੇ, ਠੀਕ ਹੈ ਨਾ, ਉਹ ਕਹਿੰਦੇ ਸਾਡੇ ਕਵਰਡ ਗਡਾਊਨ ਜਾਂ ਸਾਡੀ ਰੇਲ ਹੈਡ ਤੇ ਪਾਓ। ਇਸ ਕਰਕੇ ਸਰ ਸਟੇਟ ਦੀ ਜਿਹੜੀ ਹੈਗੀ ਹੈ ਲਿਫਟਿੰਗ ਪੂਰ ਹੋ ਗਈ ਸਰ। FCI ਨੇ ਮਤਲਬ ਡਾਇਰੈਕਟ, ਕਿਉਂਕਿ ਬਿਹਾਫ ਔਨ ਦਾ ਬਿਹਾਫ ਆਫ FCI ਖਰੀਦਦੀਆਂ ਨੇ ਸਟੇਟ ਏਜੰਸੀਆਂ ਸਰ। ਹਾਂ, ਉਹਨਾਂ ਨੇ ਤਾਂ ਔਨ ਦਾ ਬਿਹਾਫ ਆਫ FCI ਖਰੀਦਣਾ ਹੈ। ਚੀਮਾ ਸਾਹਿਬ, ਅਸਲ ਟੈਕਨੀਕਲ ਗੱਲ ਨੂੰ ਆਪਾਂ ਫੜੀਏ, ਮੁੱਦੇ ਨੂੰ, ਹੈ ਨਾ? ਆਪਾਂ, ਕਿਉਂਕਿ ਮੈਂ ਸ਼ੁਰੂ 'ਚ ਵੀ ਕਿਹਾ ਸੀ ਵੀ ਪੋਲੀਟੀਕਲੀ ਚਲੋ ਚੀਜ਼ਾਂ, ਪੋਲਿਟਿਕਸ ਚੱਲਦੀ ਹੈ ਨਾਲ ਨਾਲ, ਮੁੱਦਾ ਜਿਹੜਾ ਮਰਜ਼ੀ ਹੋਵੇ, ਪਰ ਜੇ ਆਪਾਂ ਉਸ ਨੂੰ ਟੈਕਨੀਕਲੀ, ਕਿਉਂਕਿ ਦੇਖਣ ਵਾਲਿਆਂ ਨੂੰ ਵੀ ਸਮਝ ਆਏਗੀ, ਸਰਕਾਰ ਤੱਕ ਵੀ ਗੱਲ ਪ੍ਰੋਪਰ ਪਹੁੰਚੇਗੀ, ਉਮੀਦ ਹੈ ਮੁੱਖ ਮੰਤਰੀ ਵੀ
ਸੁਣ ਰਹੇ ਹੋਣਗੇ ਤਾਂ ਉਹਨਾਂ ਨੂੰ ਵੀ ਪਤਾ ਚੱਲੇਗਾ ਵੀ ਟੈਕਨੀਕਲ ਦਿੱਕਤ ਹੈ ਕਿੱਥੇ, ਔਰ ਉਸ ਤਰੀਕੇ ਨਾਲ ਫਿਰ ਹਦਾਇਤਾਂ ਥੱਲੇ ਐਡਮਿਨਿਸਟ੍ਰੇਸ਼ਨ ਨੂੰ ਜਾਰੀ ਹੁੰਦੀਆਂ। ਸੋ ਗੱਲ ਇਹ ਹੈ, ਜਿਹੜੀ ਗੱਲ ਹੁਣ ਬੱਬੂ ਜੀ ਕਹਿ ਰਹੇ ਨੇ, ਮੈਂ ਤੇ ਇੰਨਾ ਟੈਕਨੀਕਲੀ ਨਹੀਂ ਜਾਣਦਾ ਜਿੰਨੀ ਕੁ ਆਪਾਂ ਮੋਟੀ ਨੌਲੇਜ ਰੱਖਦੇ ਆ ਉਹ ਕਹਿ ਸਕਦੇ ਆ, ਬਾਕੀ ਤੇ ਐਕਸਪਰਟ ਜ਼ਿਆਦਾ ਜਾਣਦੇ ਹੁੰਦੇ ਆ। ਸੋ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਵੀ ਸਟੇਟ ਦੀਆਂ ਏਜੰਸੀਆਂ ਨੇ ਵੀ ਖਰੀਦਣਾ ਤਾਂ ਔਨ ਬਿਹਾਫ ਆਫ FCI ਹੈ, ਤੇ ਉਹ ਇਕੱਲੇ ਖਰੀਦ ਕੇ ਕੀ ਕਰਨਗੇ ਜੀ, ਅੱਗੇ ਨਹੀਂ ਲਿਜਾਇਆ ਜਾਣਾ, ਓਪਨ 'ਚ ਰੱਖਣਾ ਨਹੀਂ। ਹਾਂ ਬਰਾੜ ਸਾਹਿਬ, ਉਹਦੇ 'ਚ ਦੋ ਚੀਜ਼ਾਂ ਨੇ। ਜੇ ਕੋਈ ਏਦਾਂ ਦੀ ਟੈਕਨੀਕਲੀ ਪ੍ਰੋਬਲਮ ਆ ਰਹੀ ਹੈ, ਇਹਦੇ ਧਿਆਨ 'ਚ ਨਹੀਂ ਹੈਗੀ ਵੈਸੇ, ਜੇ ਆ ਰਹੀ ਹੈ ਤੇ ਪੰਜਾਬ ਸਰਕਾਰ ਨੇ ਜੇ ਸੈਂਟਰ ਦੀ FCI ਨੂੰ ਕੋਈ ਏਜੰਸੀ ਨੂੰ ਪੱਤਰ ਲਿਖਿਆ ਹੋਵੇ, ਕਿਉਂਕਿ ਫਰਜ਼ ਤੋਂ ਇਹਨਾਂ ਦਾ ਬਣਦਾ ਹੈ ਨਾ ਜੇ ਕਿਸੇ ਕੋਈ ਸਮੱਸਿਆ ਆ ਰਹੀ ਹੈ। ਔਰ ਦੂਜੀ ਗੱਲ ਜਿਹੜੀ ਮੈਂ ਲਿਫਟਿੰਗ ਦੀ ਵਾਰ-ਵਾਰ ਗੱਲ ਕਰ ਰਿਹਾ, ਕਿਉਂਕਿ ਮੈਂ ਤੋਂ ਪਿੰਡਾਂ ਤੋਂ ਆਉਣ ਵਾਲਾ ਵਿਅਕਤੀ ਹਾਂ, ਰੋਜ਼ ਅਸੀਂ ਦਾਣਾ ਮੰਡੀਆਂ 'ਚ ਸਾਰੇ ਪਿੰਡਾਂ ਤੋਂ ਆਉਣ ਵਾਲੇ, ਹਾਂ ਆਪਾਂ ਸਾਰੇ ਅਸੀਂ ਵੀ ਪਿੰਡਾਂ ਤੋਂ ਹੀ ਆਉਣੇ ਆ। ਮੈਨੂੰ ਪਤਾ ਬਰਾੜ ਸਾਹਿਬ, ਤੁਹਾਡਾ ਵੀ ਪਤਾ ਮੈਨੂੰ, ਪਰ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਜਿਸ ਤਰ੍ਹਾਂ ਆਪਾਂ ਟਰੈਕਟਰ ਟਰਾਲੀ ਦੀ ਗੱਲ ਕਰ ਰਹੇ ਹਾਂ, ਅੰਡਰਲੋਡ ਵੀ ਲੈ ਲਈਏ ਜੀ, ਕਿਸਾਨ ਦਾ ਅੰਡਰਲੋਡ ਵੀ ਗੇੜਾ ਲਾ ਕੇ ਸਾਨੂੰ 4 ਪੈਸੇ ਬਚਦੇ ਆ, ਸਾਨੂੰ ਉਹਦੇ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਤੋਂ ਇੱਕ ਤੋਂ ਲਿਫਟਿੰਗ ਪ੍ਰੋਪਰ ਨਹੀਂ ਹੋ ਪਾ ਰਹੀ, ਜਿਹੜੀਆਂ ਸਟੇਟ ਦੀਆਂ ਏਜੰਸੀਆਂ ਪਿਛਲੇ ਕਾਫੀ ਦਿਨਾਂ ਤੋਂ ਮੈਂ ਵੇਖ ਰਿਹਾ ਕਿ ਲਿਫਟਿੰਗ ਹੋ ਹੀ ਨਹੀਂ ਸੀ ਰਹੀ। ਇਹਦਾ ਮਤਲਬ ਜਿਹੜੇ FCI ਦੇ ਵਰਕਿੰਗ ਓਵਰ ਵੀ ਜਿਹੜੇ ਕਹਿ ਰਹੇ ਆ ਕਿ ਉਹ 5 ਵਜੇ ਛੁੱਟੀ ਕਰਕੇ ਚਲੇ ਜਾਂਦੇ ਆ, ਉਹਨਾਂ ਵਰਕਿੰਗ ਘੰਟਿਆਂ ਦੇ ਵਿੱਚ ਵੀ ਸਾਡੇ ਤੋਂ ਪ੍ਰੋਪਰ ਉੱਥੇ ਮਾਲ ਨਹੀਂ ਦਿੱਤਾ ਜਾ ਰਿਹਾ। ਫਿਰ ਤੋਂ ਮੈਂ ਇਹੀ ਕਹੂੰਗਾ, ਮੰਡੀਆਂ ਦੇ ਵਿੱਚ ਜਿਹੜੀ ਅੱਜ ਜ਼ਿਆਦਾਤਰ ਕਣਕ ਪਈ ਹੈ ਉਹ ਸਟੇਟ ਗਵਰਨਮੈਂਟ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੀ ਪਈ ਹੈ, ਤਾਂ ਉੱਥੇ ਲਿਫਟਿੰਗ ਦੀ ਸਮੱਸਿਆ। ਇਹ ਗੱਲ ਚਲੋ ਗਰੇਵਾਲ ਸਾਹਿਬ ਜਵਾਬ ਦੇਗਾ, ਠੀਕ ਹੈ, ਆ ਗਿਆ ਟੈਕਨੀਕਲ ਪੁਆਇੰਟ ਹੈਗੀ। ਤੇ ਹੁਣ ਤੱਕ ਕੋਈ ਚਿੱਠੀ ਕੋਈ ਪੱਤਰ ਇਹਨਾਂ ਨੇ ਉਸ ਏਜੰਸੀ ਨੂੰ ਕੱਢਿਆ? ਗਰੇਵਾਲ ਸਾਹਿਬ ਦੱਸਿਓ ਮਾੜਾ ਜਿਹਾ, ਦੱਸਿਓ ਜ਼ਰਾ, ਇਹ ਟੈਕਨੀਕਲ ਦਿੱਕਤ ਹੈਗੀ ਹੈ, ਸਟੇਟ ਦੀਆਂ ਏਜੰਸੀਆਂ ਕਿੱਥੇ ਖੜੀਆਂ, ਐਗਜ਼ੈਕਟ ਪੋਜੀਸ਼ਨ ਕੀ ਹੈ, ਜੇ ਤੁਸੀਂ ਸਾਰੀ ਉਸ ਬਾਰੇ ਡਿਟੇਲ ਲਈ ਹੋਵੇ ਤਾਂ। ਸਰ ਖੁਸ਼ਕਿਸਮਤੀ ਨਾਲ ਮੈਂ ਬੜੀ ਨੇੜਿਓਂ ਇਨਵੋਲਵ ਰਿਹਾ ਇਸ ਗੱਲ 'ਚ। ਮੈਂ ਜਿੰਨੀਆਂ ਮੰਡੀਆਂ 'ਚ ਸਾਰੇ ਕਹਿੰਦੇ ਕਿ ਪੰਜਾਬ ਦੀ ਏਜੰਸੀ ਲਾਓ, ਕਹਿੰਦੇ FCI ਦਾ ਨਖਰਾ ਹੀ ਬਹੁਤ ਹੈ। ਉਹ ਬਾਰ-ਬਾਰ ਕਹਿ ਰਹੇ ਕਿ ਸਾਡੇ ਇੱਕ ਵਾਰੀ ਪੰਜਾਬ ਵਾਲੇ ਲਾ ਦਿਓ, FCI ਨਖਰਾ ਬਹੁਤ ਮਾਰੀ। ਬਿਲਕੁਲ ਸਹੀ ਕਹਿ ਰਿਹਾ ਹੈ ਕਿ ਇਹ FCI ਕਹੀਏ ਡਾਇਰੈਕਟ। ਤੁਸੀਂ ਲਾਏ ਨਹੀਂ ਫਿਰ ਪੰਜਾਬ ਵਾਲੇ, ਤੁਸੀਂ ਫਿਰ ਲਾਏ ਜੀ? ਨਹੀਂ ਸੁਣੋ, ਕੀ ਸੀਗਾ, ਇੱਕ ਕੋਟੇ ਸੀਗੇ, ਇੰਨੀ ਇਹ ਚੱਕਣਗੇ, ਇੰਨੀ ਚੱਕਣਗੇ, ਹਰੇਕ ਬੰਦਾ ਕਹਿੰਦਾ ਪੰਜਾਬ ਦਾ ਕੋਟਾ ਵਧਾ ਦਿਓ, ਕੋਟਾ ਵਧਾ ਦਿਓ ਪੰਜਾਬ ਦਾ। ਅਸੀਂ ਵਧਵਾ ਰਹੇ ਹਾਂ ਕਿ ਪੰਜਾਬ ਦਾ ਕੋਟਾ ਵਧਾਓ, ਪਹਿਲੀ ਗੱਲ। ਦੂਜੀ ਗੱਲ, ਕੇਂਦਰ ਕਹਿ ਰਿਹਾ ਜੀ ਡਾਇਰੈਕਟ ਉੱਥੇ ਪਹੁੰਚਦੀ ਕਰੋ, ਕੋਈ ਗੱਲ ਨਹੀਂ। ਇੰਨੇ ਸਾਲਾਂ 'ਚ ਇਨਫਰਾਸਟ੍ਰਕਚਰ ਨਹੀਂ ਬਣਿਆ, ਕੋਈ ਗੱਲ ਨਹੀਂ। ਅਸੀਂ ਤਾਂ ਨਹੀਂ ਕਹਿ ਰਹੇ, ਅਸੀਂ ਨਹੀਂ ਕਹਿ ਰਹੇ ਕਿ ਹੈਗਾ, ਅਸੀਂ ਕਹਿ ਰਹੇ ਨਹੀਂ ਬਣਿਆ। ਅਸੀਂ ਕਹਿ ਰਹੇ ਕਿ ਤੀਜੀ ਫਸਲ ਅਸੀਂ ਚੱਕੀ ਹੈ, ਅਸੀਂ ਰਿਕਾਰਡ ਪੇਮੈਂਟ ਕਰਤੀ, ਰਿਕਾਰਡ ਫਸਲ ਚੱਕ ਲਈ। ਹਾਂ, ਜੇ ਟਰੈਕਟਰ ਟਰਾਲੀ ਦੀ ਕਿਸਾਨਾਂ ਦੀ ਪ੍ਰੋਬਲਮ ਹੈ, ਬਿਲਕੁਲ ਹੈ ਜੀ, ਇਹਦੇ ਤੇ ਤੁਸੀਂ ਸੁਝਾਅ ਦਿੱਤਾ, ਬਹੁਤ ਸੋਹਣਾ ਸੁਝਾਅ ਹੈ, ਇੱਥੇ ਕੰਮ ਕੀਤਾ ਜਾਏਗਾ। ਇਦੋਂ ਪਹਿਲਾਂ ਬਾਈ ਜੀ ਨੇ ਜਿਹੜਾ ਸੁਝਾਅ ਦਿੱਤਾ, ਇਹ ਵੀ ਸੌਰਟ ਆਊਟ ਹੋਊਗਾ। ਮੈਂ ਸਿਰਫ ਇੱਕ ਗੱਲ ਕਹਿ ਰਿਹਾ ਕਿ ਅਸੀਂ ਪਹਿਲੀ ਗੱਲ, ਆ ਜਿਹੜੀ ਸਿਚੁਏਸ਼ਨ ਹੈ ਜਿਹਦੇ 'ਚ ਹਰ 6ਵੇਂ ਮਹੀਨੇ ਆਪਣਾ ਕਿਸਾਨ ਫਸਿਆ ਹੁੰਦਾ ਕਿ ਅਸੀਂ ਉਗਾਵਾਂਗੇ, ਮੀਂਹ ਦੀ ਮਾਰ ਪਊਗੀ, ਉਹ ਚੱਕਣਗੇ, ਉਹਨਾਂ ਦਾ ਅਸਰ ਆਊਗਾ। ਅਸੀਂ ਇਹ 'ਚੋਂ ਕੱਢਣਾ ਚਾਹੁੰਦੇ ਹਾਂ ਸਰ, ਐਂਡ ਇਹ 'ਚੋਂ ਕੱਢਣ ਲਈ ਕਿਸਾਨੀ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਲੋੜ ਹੈ, ਜਿਹੜੀ ਕਿ ਨਹੀਂ ਕੀਤੀ ਗਈ। ਅਸੀਂ ਤਾਂ ਉਹ ਕਰ ਰਹੇ ਹਾਂ ਜਿਹੜੀ ਆ ਇਮੀਡੀਏਟ ਪ੍ਰੋਬਲਮ ਹੈ। ਤੁਸੀਂ ਐ ਕਰਿਓ ਜੀ, ਤੁਸੀਂ ਬੱਬੂ ਭਾਜੀ ਬੈਠੇ ਨੇ, ਇਹਨਾਂ ਤੋਂ ਪੁੱਛੋ ਕਿ ਕਿਹੜੀ ਪੰਜਾਬ ਦੀ ਮੰਡੀਆਂ 'ਚ ਨਹੀਂ ਕਹਿ ਰਹੀ ਕਿ ਪੰਜਾਬ ਦੀ ਏਜੰਸੀਆਂ ਨੂੰ ਹੋਰ ਵੱਧ ਕਰਾ ਦਿਓ ਜੀ, ਹੋਰ ਵੱਧ ਕਰਾ ਦਿਓ। ਪੰਜਾਬ ਵਾਲੇ ਬਹੁਤ ਸਿੰਪੈਥੈਟਿਕ ਤਰੀਕੇ ਨਾਲ, ਬੜੀ ਐਮਪੈਥੀ ਨਾਲ ਕਿਸਾਨ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਮੈਂ ਤਾਂ ਇਹ ਕਹਿ ਰਿਹਾ ਜੀ, ਐਂਡ ਜਿਹੜੇ ਸੁਜੈਸ਼ਨ ਆਏ ਬਿਲਕੁਲ ਸਹੀ ਹੈ, ਸਿਰ ਮੱਥੇ ਤੇ ਮੈਂ ਅੱਗੇ ਬਚਾਉਂਗਾ, ਮੇਰੀ ਡਿਊਟੀ ਹੈ। ਰਵਨੀਤ ਜੀ, ਮੈਂ ਰਵਨੀਤ ਜੀ ਤੋਂ ਪੁੱਛ ਲਾਂ, ਫਿਰ ਬੱਬੂ ਜੀ ਕੋਲੇ ਆਉਣਾ। ਰਵਨੀਤ ਜੀ, ਤੁਸੀਂ ਦੱਸੋ, ਜਿਹੜੀ ਗੱਲ ਇਹ ਕਹਿ ਰਹੇ ਨੇ ਦਰੁਸਤ ਹੈ ਕਿ ਨਹੀਂ? ਵਿਜੇਪਾਲ ਜੀ ਦੇਖੋ, ਏਜੰਸੀਆਂ ਨੂੰ ਐਲੋਕੇਟ ਹੁੰਦੀਆਂ ਡਿਫਰੈਂਟ ਮੰਡੀਜ਼। ਜੇ ਆਪਣੀਆਂ ਕੋਈ ਡਿਸਟ੍ਰਿਕਟ ਦੇ ਵਿੱਚ 50 ਮੰਡੀਆਂ ਤਾਂ ਅੱਡ-ਅੱਡ ਏਜੰਸੀਆਂ ਨੂੰ ਹੁੰਦੀਆਂ, ਤੇ ਐਂਡ ਆਫ ਦਾ ਡੇ ਉਹਨਾਂ ਨੇ FCI ਨੂੰ ਹੀ ਸਾਰੀ ਪ੍ਰੋਕਿਉਰਮੈਂਟ ਕਰਕੇ ਦੇਣੀ ਹੈ। ਇਹ ਗੱਲ ਬਿਲਕੁਲ ਸਹੀ ਹੈ ਆਪਣੇ ਬੱਬੂ ਜੀ ਦੀ ਵੀ ਤੇ ਗਰੇਵਾਲ ਸਾਹਿਬ ਦੀ ਵੀ। ਤੇ ਪਰ ਕਿਤੇ ਨਾ ਕਿਤੇ ਚਲੋ ਜਿਹੜਾ ਇਹ ਆਪਾਂ ਕਹਿੰਦੇ ਨੇ ਸਲੌਗ ਬਣਿਆ ਹੋਇਆ ਹੈ, ਇਹਦੇ ਤੇ ਮੌਸਮ ਦਾ ਵੀ ਰੋਲ ਹੈ। ਦੇਖੋ ਹਰ ਥਾਂ ਤੇ ਜੇ ਆਪਾਂ ਕਵਾਂਗੇ ਵੀ ਆਪਾਂ ਸੂਬੇ ਦੀ ਸਰਕਾਰ ਨੂੰ ਨਿੰਦੀ ਜਾਈਏ, ਉਹ ਵੀ ਨਹੀਂ ਚੰਗੀ ਗੱਲ ਹੁੰਦੀ। ਅਸੀਂ ਤਾਂ, ਮੈਂ ਗਰੇਵਾਲ ਸਾਹਿਬ ਨੂੰ ਅੱਜ ਤੁਹਾਡੇ ਚੈਨਲ ਥਰੂ ਥੈਂਕਸ ਕਹਿਣਾ ਚਾਹੁੰਦਾ ਵੀ ਜਿਹੜਾ ਸਾਡਾ ਕੱਟ ਲੱਗਦਾ ਸੀ ਕਿਸਾਨਾਂ ਨੂੰ, ਉਹ ਨਹੀਂ ਲੱਗ ਰਿਹਾ। ਅੱਜ ਕਿਸਾਨ ਨੂੰ ਪੂਰੀ ਪੇਮੈਂਟ ਮਿਲ ਰਹੀ ਹੈ। ਹਾਲਾਂਕਿ ਚੀਮਾ ਜੀ ਨੇ ਪਿਛਲੀ ਡਿਬੇਟ ਦੇ ਵਿੱਚ ਮੇਰੇ ਨਾਲ ਵਾਅਦਾ ਕੀਤਾ ਸੀਗਾ, ਇਹਨਾਂ ਦੇ BJP ਪ੍ਰਵਕਤਾ ਨੇ
ਵੀ ਅਸੀਂ ਸੈਂਟਰ ਤੋਂ ਜਿਹੜਾ ਕੱਟ ਆ ਮਾਫ ਕਰਾ ਕੇ ਆਵਾਂਗੇ। ਇਹਨਾਂ ਨੇ ਤਾਂ ਮਾਫ ਨਹੀਂ ਕਰਾਇਆ, ਪਰ ਸੂਬਾ ਸਰਕਾਰ ਦੇ ਰਹੀ ਹੈ, ਉਹਦੇ ਲਈ ਇਹਨਾਂ ਦਾ ਧੰਨਵਾਦ। ਪਰ ਵਿਜੇਪਾਲ ਜੀ ਇੱਕ ਦੋ ਮੇਰੀਆਂ ਹੋਰ ਸੁਜੈਸ਼ਨ ਹੈ ਤੇ ਮੈਂ ਗਰੇਵਾਲ ਸਾਹਿਬ ਨੂੰ ਕਹੂੰਗਾ ਵੀ ਨੋਟ ਕਰ ਲੈਣ, ਕਿਉਂਕਿ ਕਣਕ ਜਦੋਂ ਹੁਣ ਖਰਾਬ ਹੋਣ ਕਰਕੇ ਤੂੜੀ ਜਿਹੜੀ 3 ਟਰਾਲੀਆਂ ਬਣਦੀ ਸੀ ਕਿੱਲੇ ਦੇ ਵਿੱਚੋਂ, ਉਹ 1 ਜਾਂ 1.5 ਟਰਾਲੀ ਰਹਿ ਗਈ। ਗਾਂ ਨੂੰ ਜਿਹੜੀ ਆਪਾਂ ਨੂੰ ਪ੍ਰੋਬਲਮ ਆਉਣੀ ਹੈ ਤੂੜੀ ਦੀ ਬਹੁਤ ਵੱਡੀ ਆਉਣੀ ਹੈ, ਤੇ ਜਿਹੜਾ ਆਪਾਂ ਡੰਗਰ ਪਸ਼ੂ ਦੁੱਧ ਵਾਲੇ ਆ ਉਹਨਾਂ ਨੂੰ ਤੂੜੀ ਬਹੁਤ ਜ਼ਰੂਰਤ ਹੁੰਦੀ ਹੈ। ਇਹਦੇ ਲਈ ਇੱਕ ਜਿਹੜੀ ਕਹਿੰਦੇ ਹੁੰਦੇ ਨਾ ਮੱਕੀ 4 ਵਾਲੀ ਜਾਂ ਦੂਸਰੀ, ਉਹਦੇ ਤੇ ਸਬਸਿਡੀ ਬੀਜ ਦਿੱਤਾ ਜਾਵੇ ਤਾਂ ਕਿ ਜਲਦ ਤੋਂ ਜਲਦ ਕਿਸਾਨ ਉਹਦੀ ਵਜਾਨ ਕਰ ਸਕੇ। ਤੇ ਨਾਲ ਹੀ ਗਰੇਵਾਲ ਸਾਹਿਬ ਇੱਕ ਚੀਜ਼ ਧਿਆਨ 'ਚ ਤੁਹਾਡੇ ਲਿਆਉਣਾ ਚਾਹੁੰਦਾ, ਤੁਸੀਂ ਬੇਸ਼ੱਕ ਜ਼ਿਲ੍ਹਿਆਂ ਦੇ ਵਿੱਚ ਕਨਫਰਮ ਕਰ ਲਓ, 2 ਮੱਕੀ ਦੇ ਬੀਜ ਹੈ ਜੀ P1844 ਤੇ 7750 ਵੈਰਾਈਟੀਆਂ ਜਿਨ੍ਹਾਂ ਦਾ ਝਾੜ ਵੀ ਚੰਗਾ ਤੇ ਜਿਹੜੀਆਂ ਅਚਾਰ ਲਈ ਵਰਤੀਆਂ ਜਾਂਦੀਆਂ, ਉਹਦਾ ਬੀਜ ਬਿਲਕੁਲ ਨਹੀਂ ਮਿਲ ਰਿਹਾ ਜੀ ਮੰਡੀਆਂ ਦੇ ਵਿੱਚ। ਚਲੋ ਉਹ ਕਿਤੇ ਨਾ ਕਿਤੇ ਜਿਹੜਾ ਦੁਕਾਨਦਾਰ ਹੈ ਜਾਂ ਕੋਈ ਮਹਿਕਮਾ ਕੁਝ ਹੋਰ ਡਿਬੇਟਾਂ ਦੇ ਵਿੱਚ ਮਤਲਬ ਪ੍ਰੋਮਿਸ ਕਰਦਾ ਵੀ ਅਗਲੇ ਦਿਨਾਂ 'ਚ ਆਪਾਂ ਕਰਾਂਗੇ, ਜ਼ਿਆਦਾ ਜਾਵਾਂਗੇ। ਇੱਕ ਵਾਰੀ ਇਸ ਵੇਲੇ ਤਾਂ ਮੁੱਢਲੇ ਤੌਰ ਤੇ ਜਿਹੜੀ ਲਿਫਟਿੰਗ ਦੀ ਜਾਂ ਮੰਡੀਆਂ 'ਚ ਪ੍ਰਬੰਧਾਂ ਦੀ ਜਿਹੜੀ ਘਾਟ ਹੈ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਹੈ ਜਾਂ ਦਰੁਸਤ ਕਰਨ ਦੀ ਕੋਸ਼ਿਸ਼ ਹੈ। ਹੋ ਤੇ ਜਾਂਦਾ ਹੀ ਹੈ, ਸਭ ਕੁਝ ਹੋ ਵੀ ਜਾਣਾ, ਪਹਿਲਾਂ ਵੀ ਹੁੰਦਾ ਰਿਹਾ। ਅਗਲਾ ਇਹੀ ਹੈ ਜੀ। ਇਸ ਤੇ ਵੀ ਜ਼ਰੂਰ ਕਰਾਂਗੇ, ਇਸ ਤੇ ਵੀ ਜ਼ਰੂਰ ਕਰਾਂਗੇ। ਅਗਲਾ ਸੁਜੈਸ਼ਨ ਦਿੱਤਾ ਜੀ, ਤੁਸੀਂ ਦੱਸੀ ਹੈ ਬਿਲਕੁਲ ਜੀ, ਬਿਲਕੁਲ ਬਹੁਤ ਕੁਝ ਐਨਾਲਾਈਜ਼ ਕਰਨ ਦੀ ਲੋੜ ਹੈ ਵੀ ਅਗਲੇ ਦਿਨਾਂ 'ਚ ਇੱਕ ਵਾਰੀ ਤੇ ਆਪਾਂ ਮੌਸਮ ਦੀ ਮਾਰ ਨੂੰ ਮੁੱਢਲੇ ਤੌਰ ਤੇ ਤਾਂ ਆਪਾਂ ਇਹ ਦੇਖ ਰਹੇ ਹਾਂ ਕਿ ਝਾੜ ਕਿੰਨਾ ਘਟਿਆ, ਪਰ ਉਸ ਤੋਂ ਬਾਅਦ ਕੀ ਸਮੱਸਿਆਵਾਂ ਆਉਣੀਆਂ ਬਿਲਕੁਲ ਵੈਲਿਡ ਨੇ, ਤੁਹਾਡੇ ਟੈਕਨੀਕਲ ਪੁਆਇੰਟਸ ਨੇ, ਔਰ ਇਹਨਾਂ ਨੂੰ ਅਗਲੇ ਦਿਨਾਂ 'ਚ ਆਪਾਂ ਫਿਰ ਡਿਬੇਟਸ ਦਾ ਹਿੱਸਾ ਬਣਾਵਾਂਗੇ। ਚੀਮਾ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ, ਫਿਰ ਮੈਂ ਬੱਬੂ ਜੀ ਕੋਲ ਆਉਣਾ। ਉਹਦੇ 'ਚ ਮੈਂ 2 ਚੀਜ਼ਾਂ ਕਹਿਣਾ ਚਾਹੁੰਦਾ ਸੀਗਾ ਬਰਾੜ ਸਾਹਿਬ ਜੀ, ਕਿ ਜਿਹੜੀ ਸਾਡੀ ਸੂਬਾ ਸਰਕਾਰ ਜਦੋਂ ਫਸਲ ਦੀ ਪ੍ਰੋਕਿਓਰ ਕਰਦੀ ਹੈ, ਮੇਰਾ ਖਿਆਲ ਹੈ ਸਾਡਾ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਸਭ ਤੋਂ ਜ਼ਿਆਦਾ ਜਿਹੜਾ ਸੈਂਟਰ ਦੀ ਸਰਕਾਰ ਹੈ ਖਰੀਦ ਦੇ ਲਈ ਸਭ ਤੋਂ ਜ਼ਿਆਦਾ ਫਸਲ ਦੀ ਖਰੀਦ ਤੋਂ ਬਿਨਾਂ ਪੇ ਕਰ ਰਹੀ ਹੈ, ਜਿਹਨੂੰ ਅਸੀਂ ਬਾਅਦ 'ਚ ਸਾਨੂੰ RDF ਦੇ ਥਰੂ ਵਾਪਸ ਆਉਂਦਾ। ਤਕਰੀਬਨ ਮੰਡੀ ਫੀਸ ਤੇ ਆੜਤੀ ਫੀਸ ਜਿਹੜੀ ਹੈ, ਮੰਡੀ ਫੀਸ ਹੀ 4000 ਕਰੋੜ ਦੇ ਕਰੀਬ ਬਣ ਜਾਂਦੀ ਹੈ। ਪਿਛਲੀਆਂ ਸਰਕਾਰਾਂ ਦੀ ਵੀ ਨਲਾਇਕੀ ਰਹੀ ਹੈ ਕਿ ਇਨਫਰਾਸਟ੍ਰਕਚਰ ਦੀ ਜਿਹੜੀ ਤੁਸੀਂ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ ਕਿ ਮੰਡੀਆਂ 'ਚ ਅੱਜ ਥੋੜੀਆਂ ਜਿਹੀਆਂ ਮੰਡੀਆਂ ਜਿਨ੍ਹਾਂ ਦੇ ਵਿੱਚ ਛੋਟੇ-ਛੋਟੇ ਸ਼ੈੱਡ ਹੋਣਗੇ ਜੀ, ਉਹ ਹੁੰਦਾ ਕੀ ਹੈ ਕਿ ਜਿਹੜਾ ਉਹ ਪੈਸਾ ਆਉਂਦਾ ਹੈ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਮੰਡੀਕਰਨ ਦੇ ਢਾਂਚੇ ਦੇ ਲਈ ਜਾਂ ਉਹਦੇ ਸੁਧਾਰ ਦੇ ਲਈ ਪੈਸਾ ਉਹ ਡਾਈਵਰਟ ਕਰ ਦਿੱਤਾ ਜਾਂਦਾ ਸੀ। ਜਿਹੜੀਆਂ ਸੂਬੇ ਦੀਆਂ ਸਰਕਾਰਾਂ ਉਸ ਪੈਸੇ ਨੂੰ ਹੋਰ ਪਾਸੇ ਖਰਚ ਦਿੰਦੀਆਂ। ਜੇ ਸਰਕਾਰਾਂ ਦੀ ਨੀਅਤ ਸਹੀ ਹੁੰਦੀ, ਹੁਣ ਤੱਕ ਤੁਸੀਂ ਇਹਦੀ ਕੈਲਕੂਲੇਸ਼ਨ ਕਰਕੇ ਵੇਖ ਲਓ ਕਿ ਲੱਖਾਂ ਕਰੋੜ ਰੁਪਈਆ ਸਾਡੇ ਕੋਲ ਆਇਆ ਹੋਊਗਾ ਇਸ ਫੀਸ ਤੋਂ, ਤੇ ਜੇ ਉਹ ਸਹੀ ਢੰਗ ਦੇ ਨਾਲ ਮੰਡੀਆਂ 'ਚ ਲੱਗਿਆ ਹੁੰਦਾ, ਅੱਜ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸੀ ਪੈਣੀ, ਸਾਡੀਆਂ ਮੰਡੀਆਂ ਹੀ ਸਾਡੇ ਗੋਦਾਮ ਬਣ ਜਾਣੀਆਂ ਸੀ। ਬਿਲਕੁਲ ਠੀਕ ਹੈ। ਸੂਬੇ ਦੀਆਂ ਸਰਕਾਰਾਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ। ਕੇਂਦਰ ਦੀ ਸਰਕਾਰ ਜਿਹੜੀ ਹੈ, ਚਾਹੇ ਉਹ ਕੋਈ ਵੀ ਸਰਕਾਰਾਂ ਪਹਿਲਾਂ ਰਹੀਆਂ ਜਾਂ ਹੁਣ ਰਹੀਆਂ, ਉਹ ਜਿਹੜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇੰਨੀ ਜਿਹੜੀ ਸੈਂਟਰ ਸਟੇਟ ਗਵਰਨਮੈਂਟ ਨੂੰ, ਸੂਬਾ ਸਰਕਾਰਾਂ ਨੂੰ ਜੋ ਅਸੀਂ ਮਦਦ ਕਰ ਸਕਦੇ ਹਾਂ ਕਰੀਏ, ਪਰ ਸੂਬਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਫੰਡ ਲਈ ਪੈਸਾ ਆ ਰਿਹਾ ਜਿਸ ਕੰਮਾਂ ਦੇ ਲਈ, ਉਹਨਾਂ ਕੰਮਾਂ ਤੇ ਖਰਚਿਆ ਜਾਵੇ, ਉਸ ਪੈਸੇ ਨੂੰ ਹੋਰ ਪਾਸੇ ਆਸੇ-ਪਾਸੇ ਨਾ ਵਰਤਿਆ ਜਾਵੇ। ਚਲੋ ਇੱਕ ਪੈਰਲਲ ਇਸ਼ੂ ਹੈ, ਵੱਖਰਾ ਇਸ਼ੂ ਹੈ। ਮੈਂ ਬੱਬੂ ਜੀ ਤੁਹਾਡੇ ਤੋਂ ਇੱਕ ਚੀਜ਼ ਹੋਰ ਜਾਣਨੀ ਚਾਹੂੰਗਾ, ਪੈਸੇ ਪੇਮੈਂਟ ਨੂੰ ਲੈ ਕੇ, ਪੇਮੈਂਟ ਦੀ ਕੋਈ ਦਿੱਕਤ ਆ ਰਹੀ ਹੈ? ਪੇਮੈਂਟ ਨੂੰ ਲੈ ਕੇ ਫਲੋ ਕਿਵੇਂ? ਪੇਮੈਂਟ ਬਹੁਤ ਅੱਛੇ ਤਰੀਕੇ ਨਾਲ ਆ ਰਹੀ ਹੈ, ਕੋਈ ਦਿੱਕਤ ਨਹੀਂ ਪੇਮੈਂਟ ਦੀ, ਪੇਮੈਂਟ ਸਹੀ ਆ ਰਹੀ ਸਰ ਆਪਾਂ ਕੋਈ ਡਿਲੇ ਨਹੀਂ ਕਰਦੇ ਸੀਗੇ, ਅਸੀਂ ਇੱਕ FCA ਦੀ ਗੱਲ ਕਰਦੇ ਸੀ, ਉਹਦੇ ਅੜੀਅਲ ਰਵੱਈਏ ਦੀ ਤੁਹਾਨੂੰ ਗੱਲ ਦੱਸਦਾ ਸਰ। ਨਾ ਤਾਂ ਉਹ ਮੰਡੀ ਬੋਰਡ ਦੇ ਜਿਹੜੇ ਲੇਬਰ ਰੂਲਸ ਨੂੰ ਮੰਨਦੀ ਹੈ ਸਰ, ਫਿਰ ਉਹ 30% ਸਾਡੇ ਆੜਤੀਆਂ ਤੋਂ EPF ਦੇ ਨਾਂ ਤੇ ਲੇਬਰ ਚੋਂ ਕੱਟ ਲਾ ਦਿੰਦੀ ਹੈ, ਜਦਕਿ ਅਸੀਂ EPF ਦੇ ਲਾਇਸੈਂਸੀ ਵੀ ਅਸੀਂ ਹਾਈ ਕੋਰਟ ਤੋਂ ਕੇਸ ਵੀ ਜਿੱਤੇ ਹੋਏ ਆ, ਔਰ ਨਾ ਹੀ ਆਪਦਾ ਇਹਨਾਂ ਨੇ ਕਦੇ ਆਪਦਾ ਹਿੱਸਾ ਭਰਿਆ। ਐਤਕੀ ਕੀ ਹੋਇਆ ਸਰ, ਮੰਡੀਆਂ ਨੇ ਸਾਰੀਆਂ ਨੇ, ਸਾਡੇ ਡਿਸਟ੍ਰਿਕਟ ਦੀਆਂ ਮੰਡੀਆਂ ਨੇ ਲਿਖ ਕੇ ਦੇਤਾ ਵੀ ਅਸੀਂ FCA ਨੂੰ ਮਾਲ ਨਹੀਂ ਦੇਣਾ, ਔਰ ਸਾਨੂੰ ਸਟੇਟ ਏਜੰਸੀਆਂ ਲਾਈਆਂ ਜਾਣ। ਤੇ FCA ਦੇ ਆਫ ਦਾ ਰਿਕਾਰਡ ਕੀ ਗੱਲਾਂ ਕਰਦੇ ਆ ਵੀ ਸਾਨੂੰ ਤੁਸੀਂ ਮੰਡੀਆਂ ਚੋਂ ਬਾਹਰ ਕਰਤਾ ਤੇ ਲਾਣਾ ਤਾਂ ਸਾਡੇ ਕੋਲ ਹੀ ਹੈ, ਅਸੀਂ ਉੱਥੇ ਤੁਹਾਨੂੰ ਵੇਖਾਂਗੇ। ਮਤਲਬ ਯਾਰ ਰਵੱਈਆ ਇਹਨਾਂ ਦਾ FCA ਵਾਲਿਆਂ ਦਾ, ਕਿਤੇ ਨਾ ਕਿਤੇ ਜੋ ਵੀ ਇਹਨਾਂ ਨੂੰ ਡੀਲ ਕਰਦਾ ਥੋੜਾ ਜਿਹਾ ਸਮਝਾਉਣ ਜਾਂ ਕਰਨ ਵੀ ਜਿਹੜੀ ਕਣਕ ਹੈ ਜਾਂ ਮੈਨੂੰ ਲੱਗਦਾ ਚੀਮਾ ਸਾਹਿਬ ਇਸ ਚੀਜ਼ ਨੂੰ ਜ਼ਰੂਰ ਨੋਟ ਕਰਿਓ। ਮੇਰੇ ਕੋਲੇ ਸਮਾਂ ਖਤਮ ਹੋ ਰਿਹਾ, ਪਰ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਉਹਨਾਂ ਨੇ ਕਿਹਾ। ਮੈਂ ਬਿਲਕੁਲ ਬਰਾੜ ਸਾਹਿਬ ਕਰ ਰਿਹਾ, ਜੇ ਕਿਤੇ ਇਦਾਂ ਦੀ ਸਮੱਸਿਆ ਬਿਲਕੁਲ ਮੈਂ ਧਿਆਨ 'ਚ ਲਿਆ ਕੇ FCI ਮਿਨਿਸਟਰ ਸਾਹਿਬ ਦੇ ਪਿਊਸ਼ ਗੋਇਲ ਜੀ ਦੇ
ਤੇ ਜੇ ਕਿਤੇ ਇਦਾਂ ਦੀ ਸਮੱਸਿਆ ਅਸੀਂ ਬਿਲਕੁਲ ਉਹਦੇ ਤੇ ਕਾਰਵਾਈ ਕਰਾਵਾਂਗੇ। ਚੰਗੀ ਗੱਲ ਹੈ, ਕਰਨਾ ਵੀ ਚਾਹੀਦਾ। ਗਰੇਵਾਲ ਸਾਹਿਬ, ਮੈਂ ਆਖਰੀ ਕਮੈਂਟ ਤੁਹਾਡੇ ਤੋਂ ਲੈਣਾ ਹੈ। ਹੁਣ ਕਿਹੜੀਆਂ ਚੀਜ਼ਾਂ ਜਿਹੜੀਆਂ ਵਾਕਈ ਸਰਕਾਰ ਨੂੰ ਇਹ ਲੱਗ ਰਿਹਾ ਕਿ ਜੇ ਅਸੀਂ ਇਹ ਡਿਸੀਜਨ ਲੈ ਲਿਆ ਸੀ ਪਹਿਲਾਂ ਔਰ ਉਸ ਨੂੰ ਲੈ ਕੇ ਦਿੱਕਤ ਆ ਰਹੀ ਹੈ ਤਾਂ ਥੋੜਾ ਬਹੁਤ ਉਸ ਦੇ ਵਿੱਚ ਫਲੈਕਸੀਬਿਲਿਟੀ ਦੀ ਗੁੰਜਾਇਸ਼ ਹੈ, ਚਾਹੇ ਟੈਂਡਰਾਂ ਨੂੰ ਲੈ ਕੇ ਹੋਵੇ, ਕਿਸੇ ਚੀਜ਼ ਨੂੰ ਲੈ ਕੇ ਹੋਵੇ। ਫਲੈਕਸੀਬਿਲਿਟੀ ਜਿਹੜੀ ਹੈ, ਦੇਖੋ ਟਰੱਕ ਯੂਨੀਅਨ ਤੇ ਜਿਵੇਂ ਕਬਜ਼ੇ ਸੀ ਸਾਡੇ ਚੋਂ ਕਿਸੇ ਸ਼ਰਾਰਤੀ ਅਨਸਰ ਨੇ ਸ਼ੁਰੂ ਕੀਤਾ ਸੀ, ਅਸੀਂ ਉਹ ਵੀ ਸਟੈਂਪਡ ਇਟ ਆਊਟ। ਅਸੀਂ ਇਹਨੂੰ ਬਿਲਕੁਲ ਕਲੀਅਰ ਕਰਾਂਗੇ, ਪਹਿਲੀ ਗੱਲ। ਦੂਜੀ ਗੱਲ, FCA ਦਾ ਜੋ ਐਟੀਟਿਊਡ ਸੀ ਨਾ, ਉਹ ਐਟੀਟਿਊਡ ਸਹੀ ਕਰਾਂਗੇ। ਅਸੀਂ ਅਗਾਉਣੇ ਆ, ਤੁਸੀਂ ਇਹ ਨਹੀਂ ਕਿ ਤੁਸੀਂ ਚੱਕੀ ਫਿਰਦੇ ਹੋ। ਜੇ ਅਸੀਂ ਦਿੰਦੇ ਆ ਤਾਂ ਮੋਦੀ ਜੀ ਲਾਭਾਰਥੀ ਕਹਿੰਦੇ 80 ਕਰੋੜ, FCA ਨੂੰ ਤਾਂ ਅਕਲ ਦੇਵਾਂਗੇ। ਜੇ ਹਾਈ ਕੋਰਟ ਤੋਂ ਜਿੱਤੇ ਆ, ਬੱਬੂ ਜੀ ਨਾਲ ਖੜਾਂਗੇ, ਇੱਕ ਚ ਭੱਜਾਂਗੇ ਇਹਨਾਂ ਦੇ। ਦੂਜੀ ਗੱਲ, ਰਵਨੀਤ ਜੀ ਨੇ ਬਹੁਤ ਸੋਹਣੀ ਗੱਲ ਭਾਈ, ਤੂੜੀ ਦੀ ਘਾਟ ਆ, ਮੈਂ ਦੁਆਬੇ ਚੋਂ ਆ ਰਿਹਾ, ਦੋਵੇਂ ਵੈਰਾਈਟੀਆਂ ਮੈਨੂੰ ਖੇਤੀ ਛੱਡੀ ਨੂੰ 13-14 ਤੋਂ ਵੱਧ 17 ਸਾਲ ਹੋ ਚੱਲੇ ਜੀ। ਸਹੀ ਮੈਂ ਸੁਣ ਕੇ ਆਇਆ ਐਂਡ ਇੱਥੇ ਮੈਂ ਵਾਕਈ ਸੇ ਹੁੰਦਾ। ਮੋਰ ਇੰਪੋਰਟੈਂਟਲੀ ਬੀਜੇਪੀ ਦੇਖੋ, ਤੁਸੀਂ ਕੁਝ ਕਰਾ ਨਹੀਂ ਪਾਏ, ਅੱਧੀ ਕਾਂਗਰਸ ਤੁਹਾਡੇ ਕੋਲੇ ਹੈ। ਜੇ ਮਾੜਾ ਮੋਟਾ ਭਲਾ ਮਾੜਾ ਮੋਟਾ ਤੁਸੀਂ ਫੇਰ ਕਰਕੇ ਰਾਜਨੀਤੀ ਜਿਹੜੀ ਹੈਗੀ ਆ ਉਹ ਆਈ ਜਾਂਦੀ ਹੈ, ਉਹ ਆਈ ਜਾਂਦੀ ਮੈਂ ਹੈ। ਉਹੀ ਗੱਲ ਕਰਨੀ ਚਾਹੁੰਦਾ ਕਿ ਆਪਾਂ ਰਾਜਨੀਤਿਕ ਗੱਲਾਂ ਮੈਂ ਨਹੀਂ ਕਰ ਸਕਦਾ, ਸਾਨੂੰ ਇਸ਼ੂ ਤੇ ਰਹਿਣਾ ਚਲੋ, ਚਾਹੀਦਾ। ਵੈਸੇ ਮੈਨੂੰ ਲੱਗਦਾ ਅੱਜ ਦੇ ਇਸ਼ੂ 'ਚ ਤੇ ਜ਼ਰੂਰਤ ਨਹੀਂ ਸੀ, ਮੇਰੇ ਕੋਲੇ ਸਮਾਂ ਖਤਮ ਹੋ ਗਿਆ। ਪਰ ਇੱਕ ਚੰਗੀ ਗੱਲ ਹੈ, ਦੇਖੋ ਬਹੁਤ ਵਾਰੀ ਡਿਬੇਟਸ ਦੇ ਵਿੱਚ ਲੜਾਈਆਂ ਹੁੰਦੀਆਂ, ਇੱਕ ਦੂਜੇ ਦੇ ਜਿਹੜੀ ਗੱਲਬਾਤ ਹੈ ਤਲਖੀ ਹੋ ਜਾਂਦੀ ਹੈ, ਇੱਕ ਦੂਜੇ ਤੇ ਨਿਸ਼ਾਨੇ ਸਾਧੇ ਜਾਂਦੇ ਆ, ਪਰ ਬਹੁਤ ਘੱਟ ਮੌਕੇ ਹੁੰਦੇ ਆ ਜਦੋਂ ਤੁਸੀਂ ਟੈਕਨੀਕਲ ਚੀਜ਼ਾਂ ਜਿਹੜੀ ਐਕਚੁਅਲ 'ਚ ਗਰਾਊਂਡ ਤੇ ਦਿੱਕਤਾਂ ਨੇ, ਪ੍ਰੋਬਲਮਸ ਆ ਰਹੀਆਂ ਨੇ, ਉਹਨਾਂ ਨੂੰ ਐਡਰੈਸ ਕੀਤਾ ਜਾਵੇ, ਹੈ ਨਾ। ਚਲੋ, ਬਹੁਤ ਬਹੁਤ ਧੰਨਵਾਦ। ਆਪਾਂ ਜਿੰਨੇ ਵੀ ਇਸ਼ੂ ਡਿਸਕਸ ਕੀਤੇ, ਉਮੀਦ ਕਰਦੇ ਹਾਂ ਗਰੇਵਾਲ ਸਾਹਿਬ ਜਾਂ ਚੀਮਾ ਜੀ ਕਿ ਇਸ ਦੇ ਹੱਲ ਕੱਢੇ ਜਾਣਗੇ ਔਰ ਅਗਲੇ ਦਿਨਾਂ ਦੇ ਵਿੱਚ ਉਹ ਖਦਸ਼ੇ ਜੋ ਪ੍ਰਗਟਾਏ ਗਏ ਨੇ ਬਰਾੜ ਸਾਹਿਬ ਵੱਲੋਂ ਜਾਂ ਬੱਬੂ ਜੀ ਵੱਲੋਂ, ਉਹ ਪੈਦਾ ਨਾ ਹੋਣ। ਜਲਦੀ ਤੋਂ ਜਲਦੀ ਇਸ ਨੂੰ ਦਰੁਸਤ ਕੀਤਾ ਜਾਵੇ ਔਰ ਕਿਸਾਨਾਂ ਨੂੰ, ਚਲੋ ਮੌਸਮ ਦੀ ਮਾਰ ਤੇ ਪਈ ਹੈ, ਪਰ ਜਿੰਨਾ ਕੰਪਨਸੇਟ ਕੀਤਾ ਜਾ ਸਕਦਾ ਉਹਨਾਂ ਨੂੰ ਛੇਤੀ ਤੋਂ ਛੇਤੀ ਵਿਹਲੇ ਕਰਕੇ ਉਹਨਾਂ ਨੂੰ ਉਹਨਾਂ ਦੇ ਘਰੀ ਤੋਰਿਆ ਜਾਵੇ।